ਉਹ ਸਰਕਾਰਾਂ ਨੇ ਤਾਂ ਬੜੇ ਦਾਅਵੇ ਕਰਤੇ ਕਿ ਅਸੀਂ ਖਤਮ ਕਰਾਂਗੇ, ਪਰ ਉਹ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ। ਕਿ ਅੱਜ ਦੀ ਡੇਟ ਦੇ ਵਿੱਚ ਜਦੋਂ ਵੀ ਕੋਈ ਬੰਦਾ ਕਿਸੇ ਧਰਮ ਦੇ ਮੁੱਦੇ ਨੂੰ ਲੈ ਕੇ ਲਾਈਵ ਹੋ ਰਿਹਾ ਨਾ, ਜਾਂ ਕੋਈ ਪ੍ਰੈਸ ਕਾਨਫਰੰਸ ਕਰ ਰਿਹਾ ਕਿਸੇ ਦੂਸਰੇ ਧਰਮ ਤੇ ਅਟੈਕ ਕਰਨ ਬਾਰੇ, ਜਾਂ ਕੋਈ ਧਰਮ ਦੇ ਤਰ੍ਹਾਂ ਦੇ ਕਿਸੇ ਦੇ ਵੀ ਮੁੱਦੇ ਦੇ ਉੱਤੇ, ਤਾਂ ਉਹਦਾ ਪਰਪਸ ਸਿਰਫ ਗਨਮੈਨ ਲੈਣਾ। ਥ੍ਰੈਟ ਦੇ ਕਰਕੇ ਅਸੀਂ ਸਰਕਾਰ ਤੇ ਭਾਰ ਨਹੀਂ ਪਾ ਸਕਦੇ। ਜੇ ਸਾਨੂੰ ਡਰ ਲੱਗਦਾ ਤਾਂ ਅਸੀਂ ਘਰੇ ਬਹਿ ਜਾਈਏ, ਜੇ ਸਾਨੂੰ ਡਰ ਨਹੀਂ ਲੱਗਦਾ ਫਿਰ ਹੀ ਅਸੀਂ ਸਮਾਜ 'ਚ ਆਈਏ। ਆਪਾਂ ਸਾਰੇ ਜਾਣੇ ਅੱਜ ਗਵਰਨਮੈਂਟ ਨੂੰ ਟੈਕਸ ਪੇ ਕਰਦੇ ਆ, ਉਹ ਚਾਹੇ ਤੁਸੀਂ ਹੋਵੇ ਚਾਹੇ ਅਸੀਂ। ਹਰ ਇੱਕ ਚੀਜ਼ ਦੇ ਉੱਤੇ ਟੈਕਸ ਲੱਗਦਾ ਹੈ ਤੇ ਟੈਕਸ ਇਹ ਗਵਰਨਮੈਂਟ ਨੂੰ ਚਾਹੁੰਦਾ ਹੈ, ਜਿਸ ਦੇ ਨਾਲ ਗਵਰਨਮੈਂਟ ਜਿਹੜੀ ਹੈ ਉਹ ਆਪਣੀ ਸਹਾਇਤਾ ਤੇ ਆਪਣੀ ਬੁੱਧੀ ਅਨੁਸਾਰ ਜਿਹੜੇ ਕੰਮ ਹੋਣ ਵਾਲੇ ਹੁੰਦੇ ਹੈ ਸਾਰਿਆਂ ਵਾਸਤੇ ਉਹ ਕਰਦੇ ਨੇ। ਪਰ ਇਹ ਜਿਹੜੀ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਉੱਤੇ ਇਸ ਖਰਚੇ ਨੂੰ ਲੈ ਕੇ ਗੱਲਬਾਤ ਹੋ ਰਹੀ ਹੈ ਕਿ ਕੀ ਇਹ ਖਰਚਾ ਕਿਤੇ ਨਾ ਕਿਤੇ ਬੇਫਜ਼ੂਲ ਤਾਂ ਨਹੀਂ ਜਾ ਰਿਹਾ। ਸਾਡੇ ਨਾਲ ਜੁੜੇ ਨੇ ਸੀਨੀਅਰ ਐਡਵੋਕੇਟ ਗਗਨਪ੍ਰੀਤ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ VIP ਲੋਕਾਂ ਨੂੰ ਜਿਹੜੇ ਅੱਜ ਕੱਲ੍ਹ ਗਨਮੈਨ ਮਿਲ ਰਹੇ ਹੈ, ਉਸ ਖਰਚੇ ਦੀ ਜਿਹੜੀ ਗਵਰਨਮੈਂਟ ਹਜੇ ਤੱਕ ਕਲੈਰੀਫਿਕੇਸ਼ਨ ਹੈ ਉਹ ਦੇਣੀ ਵੀ ਬਾਕੀ ਹੈ ਤੇ ਪਤਾ ਵੀ ਨਹੀਂ ਚੱਲਦਾ ਕਿ ਕਿਉਂ ਇੰਨੇ ਗਨਮੈਨ ਅਪਾਇੰਟ ਹੁੰਦੇ ਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਤੁਹਾਡਾ ਬਹੁਤ ਬਹੁਤ ਜੀ ਆਇਆਂ ਨੂੰ ਜੀ। ਸਰ, ਸੋਸ਼ਲ ਮੀਡੀਆ ਤੇ ਤੁਸੀਂ ਇਹ ਗੱਲ ਚੱਕੀ ਹੈ ਜਿਹੜੀ ਗਨਮੈਨਸ ਦੀ ਹੈ, ਕੋਈ ਵੀ ਬੰਦਾ ਹੋਵੇ ਉਸ ਦੇ ਨਾਲ ਗਨਮੈਨ ਹੁੰਦੇ ਆ, ਹੈ ਨਾ, ਮਤਲਬ ਕੁਛ ਚੁਣੇ ਬੰਦੇ। ਦੇਖੋ ਅੱਜ ਦੇ ਟਾਈਮ 'ਚ ਨਾ ਇੱਕ VIP ਕਲਚਰ ਜਿਹੜਾ ਨਾ ਆਪਣਾ ਪੰਜਾਬ ਦਾ, ਉਹ ਸਰਕਾਰਾਂ ਨੇ ਤਾਂ ਬੜੇ ਦਾਅਵੇ ਕਰਤੇ ਕਿ ਅਸੀਂ ਖਤਮ ਕਰਾਂਗੇ, ਪਰ ਉਹ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ। ਔਰ ਬੜਾ ਟਰੈਂਡ ਚੱਲਿਆ ਹੋਇਆ ਅੱਜ ਕੱਲ੍ਹ ਕਿ ਸਿੰਪਲੀ ਕੁਛ ਨਾ ਕੁਛ ਇਸ ਤਰ੍ਹਾਂ ਦਾ ਕਰੋ ਜਿਹਦੇ ਨਾਲ ਤੁਹਾਨੂੰ ਗਨਮੈਨ ਮਿਲ ਜਾਣ। ਉਹ ਗਨਮੈਨ ਲੈ ਕੇ ਕੁਛ ਕਰਨਾ ਨਹੀਂ ਹੈਗਾ, ਕੋਈ ਤੁਸੀਂ ਸਮਾਜ ਦੀ ਤੁਹਾਡੀ ਸੀ ਕੋਈ ਸੇਵਾ ਨਹੀਂ ਕਰਨੀ, ਸਿਰਫ ਤੇ ਸਿਰਫ ਤੁਸੀਂ ਸਮਾਜ ਤੇ ਭਾਰ ਹੀ ਪਾਉਣਾ ਔਰ ਆਪਣੇ ਆਪ ਨੂੰ VIP ਸ਼ੋਅ ਕਰਨਾ ਹੈ। ਤੋ ਇਹ ਕਲਚਰ ਬੜੇ ਲੋਕ ਅਡਾਪਟ ਕਰ ਰਹੇ ਨੇ, ਇਹਦੇ ਅਗੇਂਸਟ ਅਸੀਂ ਲੜ ਰਹੇ ਹਾਂ, ਸਾਡੀ NGO ਲੜ ਰਹੀ ਹੈ ਜੀ। ਸੋ ਇਹ ਤੁਹਾਨੂੰ ਸਭ ਤੋਂ ਪਹਿਲਾਂ ਪਤਾ ਕਿੱਦਾਂ ਲੱਗਿਆ ਕਿ ਜਿਹੜਾ ਕਲਚਰ ਹੈ ਇਹ ਆਉਣਾ ਸ਼ੁਰੂ ਹੋਇਆ ਹੈ, ਜਾਂ ਤੁਹਾਡੇ ਕੋਲ ਕੋਈ ਦਰਖਾਸਤ ਆਈ ਹੋਵੇ ਜਾਂ ਤੁਹਾਨੂੰ ਕੁਝ ਪਤਾ ਲੱਗਿਆ ਹੋਵੇ ਕਿਉਂਕਿ ਆਮ ਲੋਕਾਂ ਨੂੰ ਨਹੀਂ ਪਤਾ ਲੱਗ ਪਾਉਂਦਾ ਗਨਮੈਨ ਹੈ ਮਤਲਬ ਅਟੈਕ ਹੋਇਆ ਹੋਏਗਾ। ਦੇਖੋ ਅਟੈਕ ਤਾਂ ਮੈਂ ਪਹਿਲਾਂ ਵੀ ਡਾਟਾ ਦਿੱਤਾ ਹੈ ਕਿ ਕਾਫੀ FIRs ਫੇਕ ਨੇ, ਜਿਹੜੀਆਂ ਫੇਕ ਅਟੈਕ ਦੀਆਂ FIRs ਦਰਜ ਨੇ ਪੁਲਿਸ ਕੋਲ। ਈਵਨ ਰੀਸੈਂਟਲੀ ਹੁਣ ਮਾਰਚ 2020 ਦੇ ਵਿੱਚ ਵੀ ਕੋਵਿਡ ਤੋਂ ਪਹਿਲਾਂ 10 ਦਿਨ ਪਹਿਲਾਂ ਇੱਕ FIR ਦਰਜ ਹੋਈ ਬੰਦੇ ਤੇ, ਉਹਨੇ ਗਨਮੈਨ ਲੈਣ ਲਈ ਆਪਣੇ ਉੱਪਰ ਇੱਕ ਫੇਕ ਅਟੈਕ ਦੀ ਸਾਜ਼ਿਸ਼ ਰਚੀ ਔਰ ਕੰਪਲੇਂਟ ਦਿੱਤੀ ਕਿ ਮੇਰੇ ਤੇ ਅਟੈਕ ਹੋਇਆ, ਪਰਪਸ ਸੀ ਉਹਦਾ ਗਨਮੈਨ ਲੈਣਾ। ਤੋ ਇਹ ਜ਼ਰੂਰੀ ਨਹੀਂ ਹੁੰਦਾ ਕਿ ਜੇ ਬੰਦੇ ਨੇ ਗਨਮੈਨ ਰੱਖਿਆ ਉਹਦੇ ਤੇ ਅਟੈਕ ਹੋਇਆ ਹੋਵੇ। ਬਥੇਰੇ ਲੋਕ ਨੇ, ਬਥੇਰੇ ਕੀ ਮਤਲਬ ਬਹੁਤ ਜ਼ਿਆਦਾ ਨੇ ਜਿਨ੍ਹਾਂ ਨੇ ਸਿੰਪਲ ਇੱਕ ਸਟੋਰੀਜ਼ ਬਣਾਈਆਂ, ਕ੍ਰੀਏਟ ਕੀਤੀਆਂ ਸਟੋਰੀਜ਼। ਉਹ ਇੱਕ ਆਪਸ ਦੇ ਵਿੱਚ ਸਲਾਹ ਮਸ਼ਵਰਾ ਪਹਿਲਾਂ ਹੁੰਦਾ, ਮੈਨੂੰ ਬੜੀ ਦੱਸੀ ਲੋਕਾਂ ਨੇ, ਜਿਹੜੇ ਇਹਨਾਂ ਦੇ ਨਾਲਦਿਆਂ ਨੇ ਵੀ ਦੱਸੀਆਂ ਕਈ ਗੱਲਾਂ। ਇਹ ਲੋਕ ਪਹਿਲਾਂ ਸਲਾਹ ਕਰਦੇ ਆ ਆਪਸ ਦੇ ਵਿੱਚ, ਇਹ ਇੱਕ ਦੂਜੇ ਨੂੰ ਸਲਾਹ ਦਿੰਦੇ ਆ ਵੀ ਕਿਸ ਤਰ੍ਹਾਂ ਆਪਾਂ ਗਨਮੈਨ ਲੈ ਸਕਦੇ ਹਾਂ। ਉਹਦੇ ਲਈ ਪਹਿਲਾਂ ਇੱਕ ਕਹਿ ਲਓ ਇੱਕ ਸਟੋਰੀ ਘੜੀ ਜਾਂਦੀ ਹੈ ਵੀ ਯਾਰ ਅਸੀਂ ਕੀ ਕੰਮ ਕਰੀਏ, ਸੋਚ ਵਿਚਾਰ ਹੁੰਦਾ। ਪੂਰਾ ਵਿਚਾਰ ਕਰਨ ਤੋਂ ਬਾਅਦ ਫਿਰ ਕਿਸੇ ਨਾ ਕਿਸੇ ਇਹੋ ਜਿਹੇ ਐਂਗਲ 'ਤੇ ਇਹ ਬੋਲਦੇ ਆ ਜਿਹਦੇ ਨਾਲ ਇਹ ਕੱਲ੍ਹ ਨੂੰ ਲੋਕਾਂ ਨੂੰ ਇਹ ਦੱਸ ਸਕਣ ਜਾਂ ਸਰਕਾਰ ਨੂੰ ਇਹ ਦੱਸ ਸਕਣ ਜੀ ਹੁਣ ਤਾਂ ਜੀ ਸਾਨੂੰ ਡਰ ਲੱਗਦਾ, ਦੇਖੋ ਸਾਡੀ ਜਾਨ ਨੂੰ ਖਤਰਾ ਆ ਗਿਆ, ਸਾਨੂੰ ਗਨਮੈਨ ਦਿਓ। ਸੋ ਇਹਨਾਂ ਲੋਕਾਂ ਦਾ ਜਿਹੜਾ ਪਰਪਸ ਹੁੰਦਾ ਹੈ ਉਹ ਸਮਾਜ ਸੇਵਾ ਨਹੀਂ ਹੁੰਦਾ, ਪਰਪਸ ਹੁੰਦਾ ਗਨਮੈਨ ਲੈਣਾ। ਔਰ ਉਹਦੇ ਲਈ ਹੀ ਸਟੋਰੀਜ਼ ਕ੍ਰੀਏਟ ਕੀਤੀਆਂ ਜਾਂਦੀਆਂ। ਕੁਝ ਸਟੋਰੀਜ਼ ਆਪਾਂ ਪੁਲਿਸ ਨੇ ਕਾਫੀ ਸਟੋਰੀਜ਼ ਨੂੰ ਤੋੜਿਆ, ਉਹਦੇ ਕਰੈਕ ਕੀਤੇ ਜਿਹੜੇ ਇਹਨਾਂ ਦੇ ਕੇਸ ਸੀਗੇ, ਬਟ ਕਾਫੀ ਸਾਰੇ ਕੇਸਿਸ ਹੁੰਦੇ ਜਿਹੜੇ ਕਰੈਕ ਹੀ ਨਹੀਂ ਹੁੰਦੇ, ਪਤਾ ਹੀ ਨਹੀਂ ਲੱਗਦਾ। ਸਿੰਪਲ ਇੱਕ ਸਟੋਰੀ ਬਣਾਤੀ ਜੀ ਵੀ ਮੇਰੇ ਕੋਲ 2-4 ਬੰਦੇ ਆਏ, ਉਹਨਾਂ ਨੇ ਮੇਰੇ ਤੇ ਅਟੈਕ ਕੀਤਾ, ਮੈਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ, ਮੇਰੀ ਗੱਡੀ 'ਚ ਗੱਡੀ ਮਾਰਤੀ ਤੇ ਨਾਅਰੇ ਲਾਉਂਦੇ ਚਲੇ ਗਏ ਤੇ ਹੁਣ ਜੀ ਮੈਨੂੰ ਡਰ ਲੱਗਦਾ। ਸੋ ਇਹ ਸਟੋਰੀਜ਼ ਲੋਕ ਕ੍ਰੀਏਟ ਵੀ ਕਰਦੇ ਆ। ਉਹ ਮੇਰੇ ਕੋਲ ਡਾਟਾ ਹੈਗਾ ਜੀ, ਬਿਲਕੁਲ ਉਹਦੀਆਂ FIR ਦੀਆਂ ਕਾਪੀਜ਼ ਹੈਗੀਆਂ ਜਿਹਦੇ ਵਿੱਚ ਕਾਫੀ ਫੇਕ FIRs ਦਰਜ ਹੋਈਆਂ ਇਹਨਾਂ ਲੋਕਾਂ ਦੇ ਉੱਪਰ। ਕਈ ਵਾਰ ਜੇਲ੍ਹ ਯਾਤਰਾ ਵੀ ਹੋਈ, ਪਰ ਨਹੀਂ ਹਟਦੇ, ਢੀਠ ਨੇ ਜੀ। ਤੇ ਕਿੰਨੇ ਕੁ ਤਕਰੀਬਨ, ਜੇਕਰ ਅਸੀਂ ਲੁਧਿਆਣੇ ਦੀ ਗੱਲ ਕਰੀਏ ਕਿਉਂਕਿ ਇੱਕ ਸਪੈਸੀਫਿਕ ਡਾਟਾ ਵੀ ਤੁਸੀਂ ਦੇਖਿਆ ਸੀ, ਕਿੰਨੇ ਲੋਕ ਹੋਣਗੇ ਜਿਨ੍ਹਾਂ ਕੋਲ ਇਹ ਫੇਕ FIR ਕਾਪੀਜ਼ ਜਿਨ੍ਹਾਂ ਦੇ ਖਿਲਾਫ ਦਰਜ ਹੋਈਆਂ? ਦੇਖੋ 4-5 FIRs ਤਾਂ ਮੇਰੇ ਕੋਲ ਪਈਆਂ ਇਕੱਲੇ ਲੁਧਿਆਣੇ ਦੀਆਂ। ਇਸ ਤੋਂ ਇਲਾਵਾ ਜਲੰਧਰ ਦੀ ਵੀ FIR ਹੈ, ਹੋਰ ਵੀ ਜ਼ਿਲ੍ਹਿਆਂ ਦੀਆਂ FIRs ਨੇ ਜਿਨ੍ਹਾਂ ਦੀਆਂ ਮੈਂ ਇਕੱਲੀਆਂ ਨਿਊਜ਼ ਅਜੇ ਦੇਖੀਆਂ ਨੇ, FIR ਦੀਆਂ ਕਾਪੀਆਂ ਨਹੀਂ ਮੈਂ ਸਾਰੀਆਂ ਕਢਾ ਸਕਿਆ। ਸੋ ਇਹ ਚੀਜ਼ਾਂ ਇਹ ਦਰਸਾਉਂਦੀਆਂ ਨੇ ਵੀ ਇਹ ਚੀਜ਼ਾਂ ਸਮਾਜ 'ਚ ਚੱਲ ਰਹੀਆਂ ਨੇ, ਪਰ ਇਹਦੇ ਖਿਲਾਫ ਕੋਈ ਬੋਲਦਾ ਨਹੀਂ। ਬੰਦਾ ਕਹਿੰਦਾ ਆਪਾਂ ਲੋਕ ਤੁਸੀਂ ਹੋ ਜਾਂ ਮੈਂ ਹਾਂ, ਅਸੀਂ ਲੋਕ ਇਹ ਸੋਚ ਲੈਂਦੇ ਹਾਂ ਯਾਰ ਅਸੀਂ ਕੀ ਲੈਣਾ, ਆਪਾਂ ਸਾਡਾ ਆਪਣਾ ਘਰ ਚੱਲਦਾ, ਅਸੀਂ ਸ਼ਾਮ ਸਵੇਰੇ ਕੰਮ ਕਰਦੇ ਹਾਂ, ਰੋਟੀ ਖਵਾ ਕੇ ਘਰੇ ਆ ਜਾਂਦੇ ਹਾਂ। ਬਟ ਨਹੀਂ, ਸਾਡਾ ਟੈਕਸ ਜਾਂਦਾ ਦੇਖੋ ਸਰਕਾਰ ਨੂੰ ਸਵਾਲ ਚੱਕਣਾ ਸਾਡਾ ਫਰਜ਼ ਬਣਦਾ।
ਅਸੀਂ ਪੁੱਛ ਸਕਦੇ ਹਾਂ ਵੀ ਸਾਡਾ ਪੈਸਾ ਸਰਕਾਰ ਕਿੱਥੇ ਵੇਸਟ ਕਰ ਰਹੀ ਹੈ, ਕਿ ਉਹ ਯੂਟਿਲਾਈਜ਼ ਹੋ ਰਿਹਾ, ਉਹ ਸਾਡੇ ਲੋਕਾਂ ਤੇ ਲੱਗ ਵੀ ਰਿਹਾ, ਜਾਂ ਉਹ ਕੁਝ ਫਜ਼ੂਲ ਖਰਚੀ ਤੇ ਵੀ ਚੱਲ ਰਿਹਾ। ਸੋ ਇਹਦੇ ਤੇ ਹੀ ਅਸੀਂ ਫਿਰ ਵਰਕਆਊਟ ਕੀਤਾ ਜੀ। ਤੋ ਇਹਦੇ ਤੇ ਸਾਨੂੰ ਕਾਫੀ FIRs ਮੇਰੇ ਕੋਲ ਡਿਟੇਲ ਸਾਰੀ ਪਈ ਹੈ। ਈਵਨ ਕੁਝ ਲੋਕਾਂ ਦੀਆਂ ਫੇਕ ਛੱਡੋ, ਕੁਝ ਲੋਕਾਂ ਦੇ ਉੱਤੇ ਵੈਸੇ ਹੀ ਇੰਨੀਆਂ FIRs ਨੇ, ਮਤਲਬ ਇੱਕ ਬੰਦੇ ਤੇ 11 ਮੁਕੱਦਮੇ ਦਰਜ ਨੇ। ਮਤਲਬ ਇੱਕ ਬੰਦਾ ਐਡਾ ਵੱਡਾ ਦੋਸ਼ੀ ਹੈ, ਉਹਨੂੰ ਤੀਜੇ ਕੁ ਦਿਨ ਸਰਕਾਰ ਫੜਦੀ ਹੈ, ਫੜ ਕੇ ਜੇਲ੍ਹ 'ਚ ਕਰ ਦਿੰਦੀ ਹੈ, ਫਿਰ ਵੀ ਉਹਨੂੰ 10-10 15-15 ਗਨਮੈਨ। ਬੜੇ ਲੋਕ ਨੇ ਮੇਰੇ ਕੋਲ, ਹੌਲੀ ਡਾਟਾ ਕਲੈਕਟ ਹੋ ਰਿਹਾ। ਮਤਲਬ ਇਹਨਾਂ ਲੋਕਾਂ ਦੇ ਆਂਢ ਗੁਆਂਢ ਤੋਂ ਜਿਹੜੇ ਲੋਕ ਇਹਨਾਂ ਤੋਂ ਤੰਗ ਪਰੇਸ਼ਾਨ ਹੋਏ ਨੇ, ਜਿਨ੍ਹਾਂ ਲੋਕਾਂ ਨਾਲ ਇਹਨਾਂ ਨੇ ਠੱਗੀਆਂ ਮਾਰੀਆਂ ਨੇ, ਉਹੀ ਸਾਰੇ ਡਾਟਾ ਲਿਆ ਕੇ ਇਕੱਠਾ ਕਰਕੇ ਦੇ ਰਹੇ ਨੇ। ਸੋ ਇਹ ਹੁਣ ਇਹਨਾਂ ਦੇ ਉੱਤੇ ਐਕਸ਼ਨ ਲਵਾਂਗੇ ਜੀ। ਜੀ ਤੇ ਇਹ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਤੇ ਪੁੱਛਣਾ ਚਾਹੁੰਦੀ ਹਾਂ ਕਿ ਜਦੋਂ ਮਤਲਬ ਕਿਸੇ ਨੇ ਵੀ ਗਨਮੈਨ ਲੈਣੇ ਹੈ ਤਾਂ ਉਹਦਾ ਬੇਸਿਕ ਜਿਹੜਾ ਨੇਚਰ, ਬੇਸਿਕ ਜਿਹੜਾ ਰੂਲ ਹੈ ਉਹ ਕੀ ਹੁੰਦਾ? ਕਿਸ ਤਰੀਕੇ ਨਾਲ ਗਵਰਨਮੈਂਟ ਨੂੰ ਅਸੀਂ ਅਪੀਲ ਕਰ ਸਕਦੇ ਹਾਂ ਕਿ ਸਾਨੂੰ ਗਨਮੈਨ ਚਾਹੀਦੇ ਹੈ? ਦੇਖੋ, ਮੈਂ ਤਾਂ ਇੱਕ ਸਪਸ਼ਟ ਜੀ ਗੱਲ ਕਰੂੰਗਾ ਕਿ ਅੱਜ ਦੀ ਡੇਟ ਦੇ ਵਿੱਚ ਜਦੋਂ ਵੀ ਕੋਈ ਬੰਦਾ ਕਿਸੇ ਧਰਮ ਦੇ ਮੁੱਦੇ ਨੂੰ ਲੈ ਕੇ ਲਾਈਵ ਹੋ ਰਿਹਾ ਨਾ, ਜਾਂ ਕੋਈ ਪ੍ਰੈਸ ਕਾਨਫਰੰਸ ਕਰ ਰਿਹਾ ਕਿਸੇ ਦੂਸਰੇ ਧਰਮ ਤੇ ਅਟੈਕ ਕਰਨ ਬਾਰੇ, ਜਾਂ ਕੋਈ ਧਰਮ ਦੇ ਤਰ੍ਹਾਂ ਦੇ ਕਿਸੇ ਦੇ ਵੀ ਮੁੱਦੇ ਦੇ ਉੱਤੇ, ਤਾਂ ਉਹਦਾ ਪਰਪਸ ਸਿਰਫ ਗਨਮੈਨ ਲੈਣਾ ਹੈ। ਉਹਦਾ ਧਰਮ ਦੀ ਸੇਵਾ ਕਰਨ ਦੇ ਦੇਖੋ 20 ਤਰੀਕੇ ਨੇ। ਤੁਸੀਂ ਲੰਗਰ ਲਗਾਓ, ਤੁਸੀਂ ਚੰਗੇ ਹਸਪਤਾਲ ਖੋਲੋ, ਤੁਸੀਂ ਧਾਰਮਿਕ ਸੰਸਥਾਵਾਂ ਦੇ ਵਿੱਚ ਲੋਕਾਂ ਨੂੰ ਕੋਈ ਇਹੋ ਜਿਹੀਆਂ ਚੀਜ਼ਾਂ ਪ੍ਰੋਵਾਈਡ ਕਰਾਓ ਜਿਹੜੀਆਂ ਦੀ ਉਹਨਾਂ ਨੂੰ ਨੀਡ ਹੈ, ਬਜਾਏ ਕਿ ਤੁਸੀਂ ਇਹ ਸਾਰੀਆਂ ਚੀਜ਼ਾਂ ਲੋਕਾਂ ਦੀਆਂ ਮੁੱਢਲੀਆਂ ਹਾਲਤਾਂ ਨੂੰ ਛੱਡ ਕੇ ਸਿਰਫ ਤੇ ਸਿਰਫ ਫੇਸਬੁੱਕ ਤੇ ਲਾਈਵ ਹੋ ਕੇ ਐਵੇਂ ਨਾਅਰੇ ਮਾਰੀ ਚੱਲੋ ਵੀ ਮੈਂ ਜੀ ਆਹ ਧਰਮ ਦੇ ਖਿਲਾਫ ਉਹ ਕਰ ਦੂੰਗਾ, ਮੇਰੇ ਧਰਮ ਦੇ ਖਿਲਾਫ ਮੈਂ ਲੜ ਰਿਹਾ। ਉਹ ਇਹ ਸਿਰਫ ਪਰਪਸ, ਮਤਲਬ ਮੇਰੀ ਤਾਂ ਇਹ ਆਮ ਪਬਲਿਕ ਨੂੰ ਵੀ ਅਪੀਲ ਹੈ ਕਿ ਤੁਸੀਂ ਲੋਕ ਸਾਰੇ, ਜਦੋਂ ਇਹ ਲੋਕ ਨਾ ਬੋਲਦੇ ਆ ਕੁਝ ਵੀ ਪੁੱਠਾ ਸਿੱਧਾ, ਤਾਂ ਇਹਨਾਂ ਨੂੰ ਪੁੱਛਿਆ ਕਰੋ ਮੇਰੇ ਵੀਰ ਹੁਣ ਗਨਮੈਨ ਕਦੋਂ ਲੈਣੇ ਆ, ਤਾਂ ਇਹ ਕਲਚਰ ਹੌਲੀ ਬੰਦ ਹੋਊਗਾ। ਨਹੀਂ ਤੇ ਇਹ ਤਾਂ ਚੱਲੀ ਜਾਣਾ ਹੈ। ਅੱਜ ਦੀ ਡੇਟ ਦੇ ਵਿੱਚ ਜਿਹਦੇ ਕੋਲ 10 ਗਨਮੈਨ ਹੈ, ਹੋ ਸਕਦਾ ਆਉਣ ਵਾਲੇ ਸਮੇਂ 'ਚ ਉਹਦੇ ਕੋਲ 15 ਹੋਣ, ਜਿਹਦੇ ਕੋਲ 5 ਨੇ ਉਹਦੇ ਕੋਲ 10 ਹੋ ਜਾਣ। ਸੋ ਇਹ VIP ਕਲਚਰ ਦੇ ਲਈ ਇਹਨਾਂ ਨੇ ਤਾਂ ਕੁਝ ਵੀ ਕਰ ਸਕਦੇ ਨੇ, ਕਿਸੇ ਵੀ ਤਰ੍ਹਾਂ ਦਾ ਬਿਆਨ ਦੇ ਸਕਦੇ ਨੇ। ਤੇ ਇਸ ਦੇ ਨਾਲ ਹੀ ਮੈਂ ਤੁਹਾਨੂੰ ਪੁੱਛਿਆ ਜਿੱਦਾਂ ਕਿ ਕੀ ਗਨਮੈਨ ਲੈਣ ਦੇ ਲਈ ਤੁਸੀਂ ਮੈਨੂੰ ਕਿਹਾ ਧਾਰਮਿਕ ਚੀਜ਼ਾਂ ਦੇ ਉੱਤੇ ਬੋਲੋ ਤਾਂ ਉਸ ਦੇ ਉੱਤੇ ਗਨਮੈਨ ਤੁਹਾਨੂੰ ਮਿਲ ਸਕਦਾ ਉਹ ਕਹਿ ਕੇ, ਪਰ ਅਜਿਹੀ ਕੁਝ ਲੋਕ ਨੇ ਜਿਹੜੇ ਕਹਿੰਦੇ ਕਿ ਸਾਡੀ ਜਾਨ ਨੂੰ ਖਤਰਾ ਹੈ, ਅਸੀਂ ਸਮਾਜ ਲਈ ਕੰਮ ਕਰ ਰਹੇ ਹਾਂ, ਜਿਸ ਨੂੰ ਲੈ ਕੇ ਸਾਨੂੰ ਗਨਮੈਨ ਦੀ ਲੋੜ ਹੈ ਕਿ ਸਾਨੂੰ ਕੋਈ ਖਤਮ ਕਰਨਾ ਚਾਹੁੰਦਾ ਹੈ, ਸਾਨੂੰ ਕੋਈ ਚੁੱਪ ਕਰਾਉਣਾ ਚਾਹੁੰਦਾ, ਨੀਚੇ ਬਿਠਾਉਣਾ ਚਾਹੁੰਦਾ। ਦੇਖੋ, ਪਹਿਲੀ ਗੱਲ ਤਾਂ ਮੈਂ ਇਹਨਾਂ ਵੀਰਾਂ ਨੂੰ ਪੁੱਛਣਾ ਚਾਹੁੰਦਾ ਵੀ ਯਾਰ ਤੁਸੀਂ ਡਰਦੇ ਕਿਉਂ? ਜੇ ਤੁਹਾਡੇ 'ਚ ਹਿੰਮਤ ਹੈਗੀ ਹੈ ਤਾਂ ਯਾਰ ਖੁੱਲ੍ਹ ਕੇ ਲੜੋ। ਦੇਸ਼ ਕੌਮ ਲਈ ਲੜਨ ਵਾਲੇ ਅੱਜ ਤੱਕ ਕਿੰਨੇ ਪੰਜਾਬੀ ਸੂਰਵੀਰ ਯੋਧੇ ਸਾਡੇ ਸ਼ਹੀਦ ਹੋ ਗਏ, ਤੇ ਉਹ ਜਦੋਂ ਘਰੋਂ ਨਿਕਲਦੇ ਸੀ ਪਹਿਲਾਂ ਉਹ ਗਨਮੈਨ ਲੈਂਦੇ ਸੀ। ਤੇ ਜੇ ਤੁਹਾਨੂੰ ਇੰਨਾ ਡਰ ਲੱਗਦਾ ਫਿਰ ਤੁਸੀਂ ਘਰੇ ਬੈਠੋ, ਫਿਰ ਤੁਸੀਂ ਘਰੋਂ ਨਾ ਨਿਕਲੋ। ਸੋ ਇਹਨਾਂ ਨੂੰ ਮੇਰੀ ਅਪੀਲ ਹੈ, ਜੇ ਤਾਂ ਦੇਖੋ ਸੱਚੀ 'ਚ ਇਹਨਾਂ ਦਾ ਮਨ ਕਰਦਾ ਨਾ ਲੜਨ ਨੂੰ, ਤਾਂ ਫਿਰ ਗਨਮੈਨ ਨਾ ਪਲੀਜ਼ ਸਾਡੇ ਤੇ ਭਾਰ ਨਾ ਪਾਉਣ। ਅਸੀਂ ਜਦੋਂ ਗੱਲ ਕੀਤੀ ਆਪਣੇ ਟੈਕਸ ਦੀ, ਤੇ ਇੱਕ ਇਨਸਾਨ ਦੇ ਕੋਲ ਇੰਨੇ ਗਨਮੈਨ ਹੁੰਦੇ ਆ ਜੋ ਕਿ ਮੇਰੇ ਖਿਆਲ ਨਾਲ ਸਾਡੇ ਟੈਕਸ ਵਿੱਚੋਂ ਜੋ ਆਮ ਲੋਕ ਪੇ ਕਰਦੇ ਆ ਉਸ ਦੀ ਬਹੁਤ ਵੱਡੀ ਅਮਾਊਂਟ ਬਣਦੀ ਹੋਈ। ਦੇਖੋ, ਮੈਂ ਜੋ ਡਾਟਾ ਕੱਢਿਆ ਕਿ ਮਿਨੀਮਮ 500 ਕਰੋੜ ਰੁਪਈਆ ਸਾਲ ਦਾ ਫਰਕ ਪੈ ਰਿਹਾ ਸਰਕਾਰ ਨੂੰ ਇਹ ਗਨਮੈਨਾਂ ਦੇ ਕਰਕੇ। 8000 ਪਲੱਸ ਗਨਮੈਨ ਪੂਰੇ ਪੰਜਾਬ ਦੇ ਵਿੱਚ VIP ਸਿਕਿਉਰਿਟੀਜ਼ ਦੇ ਨੇ। ਉਹ ਗਨਮੈਨਾਂ ਦੇ ਕਰਕੇ ਇੱਕ ਤਾਂ ਦੇਖੋ ਦੋ ਨੁਕਸਾਨ ਨੇ। ਇੱਕ ਤਾਂ ਚਲੋ ਜਿਹੜਾ ਸਾਡਾ ਪੈਸਾ ਖਰਾਬ ਹੋ ਰਿਹਾ, ਦੂਸਰਾ ਕ੍ਰਾਈਮ ਰੇਟ ਇੰਨਾ ਵੱਧ ਰਿਹਾ। ਸਾਨੂੰ ਪੁਲਿਸ ਫੋਰਸ ਦੀ ਲੋੜ ਹੈ। ਪੁਲਿਸ ਨੂੰ ਤੁਸੀਂ ਕੋਵਿਡ 'ਚ ਵੀ ਦੇਖਿਆ ਕਿ ਪੁਲਿਸ ਨੂੰ ਵਲੰਟੀਅਰ ਹਾਇਰ ਕਰਨੇ ਪੈ ਗਏ। ਕਿਉਂ ਹਾਇਰ ਕਰਨੇ ਪੈ ਗਏ? ਕਿਉਂਕਿ ਗਾਰਡਸ ਹੈ ਨਹੀਂ ਗੇ, ਫੋਰਸ ਹੈ ਨਹੀਂ ਗੀ। ਉਹ ਜਿਹੜੀ ਫੋਰਸ ਹੈ ਉਹ ਕਿਸੇ ਨਾ ਕਿਸੇ ਬੰਦੇ ਦੇ ਘਰ ਦੇ ਬਾਹਰ ਵੈਸੇ ਹੀ ਖੜੀ ਹੈ ਔਰ ਇਹਨਾਂ ਦੀ ਰਾਖੀ ਕਰ ਰਹੀ ਹੈ, ਜਿਨ੍ਹਾਂ ਨੂੰ ਥ੍ਰੈਟ ਹੀ ਕੋਈ ਨਹੀਂ। ਤੁਸੀਂ ਬੜਾ ਵਧੀਆ ਸਵਾਲ ਕੀਤਾ ਵੀ ਇਹਨਾਂ ਲੋਕਾਂ ਨੂੰ ਡਰ ਹੈ। ਦੇਖੋ, ਮੇਰਾ ਇਹ ਮੰਨਣਾ ਹੈ ਡਰ ਤਾਂ ਦੇਖੋ ਹਰ ਬੰਦੇ ਨੂੰ ਹੈ। ਤੁਸੀਂ ਮੀਡੀਆ 'ਚੋਂ ਤੁਸੀਂ ਸਾਰਾ ਦਿਨ ਲੋਕਾਂ ਦੇ ਹੱਕ ਦੀ ਗੱਲ ਕਰਨੀ ਹੈ, ਕਿਸੇ ਨਾ ਕਿਸੇ ਲੀਡਰ ਨੂੰ ਕੋਈ ਪੁੱਠਾ ਸਿੱਧਾ ਸਵਾਲ ਵੀ ਪੁੱਛਣਾ ਹੈ, ਕਿਸੇ ਦੇ ਅੱਗੇ ਸੱਚ ਰੱਖਣਾ ਹੈ, ਤਾਂ ਉਹਨੇ ਤੁਹਾਨੂੰ ਥ੍ਰੈਟ ਵੀ ਕਰਨਾ ਹੈ, ਤੁਹਾਡੇ ਖਿਲਾਫ ਬੋਲਣਾ ਹੈ। ਹੋ ਸਕਦਾ ਕਿ ਕੱਲ੍ਹ ਨੂੰ ਤੁਹਾਡੇ 'ਤੇ ਕੋਈ ਹਮਲਾ ਵੀ ਕਰਾਵੇ। ਜੇ ਫਿਰ ਇਸ ਤਰ੍ਹਾਂ ਇਹ ਨਿੱਕੀ ਨਿੱਕੀ ਚੀਜ਼ਾਂ ਨੂੰ ਅਸੀਂ ਕਾਊਂਟ ਕਰਨ ਲੱਗੀਏ ਤਾਂ ਮੇਰੇ ਹਿਸਾਬ ਨਾਲ ਤਾਂ ਤੁਹਾਨੂੰ ਵੀ ਗਨਮੈਨ ਦੀ ਲੋੜ ਹੈ। ਮੇਰਾ ਪੇਸ਼ਾ ਵਕਾਲਤ ਹੈ। ਮੈਂ ਸਾਰਾ ਦਿਨ ਮੇਰੇ ਕੋਲ ਮਰਡਰ ਦੇ ਕੇਸ ਵੀ ਚੱਲਦੇ ਆ, ਮੇਰੇ ਕੋਲ ਰੇਪ ਕੇਸ ਚੱਲਦੇ ਆ, ਮੇਰੇ ਕੋਲ ਹਰ ਤਰ੍ਹਾਂ ਦਾ ਕੇਸ ਚੱਲਦਾ, ਅਤੇ ਮੇਰੇ ਤੋਂ ਜ਼ਿਆਦਾ ਥ੍ਰੈਟ ਤਾਂ ਫਿਰ ਕਿਸੇ ਨੂੰ ਵੀ ਨਹੀਂ। ਸਾਡੀ ਜੁਡੀਸ਼ਰੀ ਹੈ, ਸਾਡੇ ਜੱਜਿਸ ਨੇ, ਉਹਨਾਂ ਕੋਲ ਇੱਕ ਗਨਮੈਨ ਆ ਜਿਨ੍ਹਾਂ ਨੇ ਸਾਰਾ ਦਿਨ ਕਤਲ ਦੇ ਕੇਸਾਂ ਦੇ ਵਿੱਚ, ਕਤਲ ਵਰਗੇ ਵੱਡੇ ਵੱਡੇ ਕੇਸ ਉਹਨਾਂ ਨੇ ਡੀਲ ਕਰਨੇ ਆ, ਅਤੇ ਉਹਨਾਂ ਨੂੰ ਤਾਂ ਫਿਰ 100 ਗਨਮੈਨ ਮਿਲ ਜਾਣਾ ਚਾਹੀਦਾ। ਦੇਖੋ, ਥ੍ਰੈਟ ਤਾਂ ਅੱਜ ਦੇ ਟਾਈਮ ਦੇ ਵਿੱਚ ਹਰ ਉਸ ਬਾਪ ਨੂੰ ਹੈ ਜਿਹਦੀ ਧੀ ਸੜਕ ਦੇ ਉੱਤੇ ਇਕੱਲੀ ਜਾ ਰਹੀ ਹੈ। ਥ੍ਰੈਟ ਤਾਂ ਸਾਨੂੰ ਸਾਰਿਆਂ ਨੂੰ ਹੈ ਯਾਰ। ਥ੍ਰੈਟ ਦੇ ਕਰਕੇ ਅਸੀਂ ਸਰਕਾਰ ਤੇ ਭਾਰ ਨਹੀਂ ਪਾ ਸਕਦੇ। ਜੇ ਸਾਨੂੰ ਡਰ ਲੱਗਦਾ ਤਾਂ ਅਸੀਂ ਘਰੇ ਬਹਿ ਜਾਈਏ, ਜੇ ਸਾਨੂੰ ਡਰ ਨਹੀਂ ਲੱਗਦਾ ਫਿਰ ਹੀ ਅਸੀਂ ਸਮਾਜ 'ਚ ਆਈਏ।
ਨਾਲ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਦਰਸਾਇਆ ਵੀ ਕਿ ਹਰ ਜਿਹੜੀ ਕੁੜੀ ਅੱਜ ਬਾਹਰ ਜਾ ਰਹੀ ਹੈ ਉਸ ਨੂੰ ਵੀ ਡਰ ਲੱਗਦਾ ਹੈ ਕਿਉਂਕਿ ਮਾਹੌਲ ਕੁਝ ਇੰਜ ਕ੍ਰੀਏਟ ਹੋ ਚੁੱਕਾ ਹੋਇਆ ਵਾ। ਤੇ ਮੈਂ ਤੁਹਾਨੂੰ ਅਗਲਾ ਸਵਾਲ ਮੇਰਾ ਇਹ ਹੈ ਕਿ ਤੁਸੀਂ ਹਜੇ ਵੀ ਜਦੋਂ ਆਪਾਂ ਗੱਲ ਕਰ ਰਹੇ ਹਾਂ ਤੇ ਤੁਸੀਂ ਇੱਕ ਹੀ ਸੰਸਥਾ ਨੂੰ ਜਾਂ ਇੱਕ ਹੀ ਇਨਸਾਨ ਨੂੰ ਟਾਰਗੇਟ ਨਹੀਂ ਕਰ ਰਹੇ, ਪਰ ਜੋ ਸੋਸ਼ਲ ਮੀਡੀਆ ਤੇ ਆ ਰਿਹਾ ਹੈ ਉਹ ਕੁਝ ਹੋਰ ਆ ਰਿਹਾ ਹੈ। ਉਹ ਇਦਾਂ ਲੱਗ ਰਿਹਾ ਕਿ ਤੁਸੀਂ ਸਿਰਫ ਇੱਕ ਹੀ ਪਾਰਟੀ ਨੂੰ ਟਾਰਗੇਟ ਕਰਕੇ ਉਹਨਾਂ ਦੇ ਖਿਲਾਫ ਹੀ ਬੋਲ ਰਹੇ ਹੋ। ਦੇਖੋ, ਮੈਂ ਅਪੀਲ ਕਰਨਾ ਚਾਹੁੰਦਾ ਕਿ ਮੈਂ ਕਿਸੇ ਇੱਕ ਸੰਸਥਾ ਦੇ ਖਿਲਾਫ ਨਹੀਂ ਬੋਲਦਾ। ਮੇਰਾ ਮੁੱਦਾ ਗਨਮੈਨਾਂ ਦਾ ਕਿਸੇ ਇੱਕ ਸੰਸਥਾ ਦੇ ਨਾਲ ਨਹੀਂ ਜੁੜਿਆ ਹੋਇਆ। ਮੇਰੇ ਪੂਰੇ ਪੰਜਾਬ ਦੇ ਵਿੱਚ ਜਿੰਨੇ ਗਨਮੈਨ ਨੇ, ਜਿਹੜੀ ਵੇਸਟੇਜ ਹੋ ਰਹੀ ਹੈ, ਮੇਰਾ ਮੁੱਦਾ ਉਹ ਹੈ। ਹਾਂ, ਜਿੱਥੇ ਕੋਈ ਅੱਗ ਲੱਗਦੀ ਹੈ ਉੱਥੇ ਧੂਆਂ ਤਾਂ ਹੁੰਦਾ ਹੀ ਹੈ। ਦੇਖੋ, ਜਿਹੜਾ ਕੋਈ ਬੋਲਦਾ ਸ਼ਾਇਦ ਉਹਨੂੰ ਲੱਗਦਾ ਹੋਵੇ ਕਿ ਮੈਂ ਗਨਮੈਨ ਨਜਾਇਜ਼ ਰੱਖਿਆ। ਮੈਂ ਇਹਨਾਂ ਸੰਸਥਾਵਾਂ ਨੂੰ ਕਹਿਣਾ ਚਾਹੁੰਦਾ ਵੀ ਤੁਸੀਂ ਮੇਰੇ ਖਿਲਾਫ ਨਾ ਬੋਲੋ, ਤੁਸੀਂ ਗੱਲ ਕਰੋ ਪੰਜਾਬ ਦੇ ਭਲੇ ਦੀ। ਤੁਸੀਂ ਗੱਲ ਕਰੋ ਵੀ ਹਾਂ, ਅਸੀਂ ਆਪਣੇ ਗਨਮੈਨ ਛੱਡਦੇ ਹਾਂ, ਅਸੀਂ ਪੰਜਾਬ ਦਾ ਭਲਾ ਚਾਹੁੰਦੇ ਹਾਂ, ਅਸੀਂ ਆ ਫਜ਼ੂਲ ਖਰਚੀ ਬੰਦ ਕਰਦੇ ਹਾਂ। ਤੁਸੀਂ ਹੋ, ਮੈਂ ਆ, ਅਸੀਂ ਸਾਰੇ ਪੰਜਾਬੀ ਇੱਕ ਪਰਿਵਾਰ ਆ। ਇੱਕ ਪਰਿਵਾਰ ਦੇ ਵਿੱਚ ਇਹ ਆਪਣਾ ਪਰਿਵਾਰ ਹੈ ਜੋ ਰੋਜ਼ ਦੇ ਰੋਜ਼ ਘੱਟੋ ਘੱਟ 10 ਲੋਕ ਕੋਵਿਡ ਕਰਕੇ ਮਰ ਰਹੇ ਆ, ਬੇਸਿਕ ਸਹੂਲਤਾਂ ਕਰਕੇ ਮਰ ਰਹੇ ਆ, ਵੈਂਟੀਲੇਟਰ ਨਾ ਹੋਣ ਕਰਕੇ ਮਰ ਰਹੇ ਆ, ਥਾਂ ਥਾਂ ਪ੍ਰੋਟੈਸਟ ਚੱਲ ਰਹੇ ਆ ਇਸ ਚੀਜ਼ ਦੇ। ਇੱਕ ਪਰਿਵਾਰ ਦੇ ਵਿੱਚ ਇੱਕ ਬੰਦਾ ਤਾਂ ਇੱਕ ਬਿਨਾਂ ਮੈਡੀਸਨ ਤੋਂ ਮਰ ਰਿਹਾ, ਬੇਸਿਕ ਚੀਜ਼ਾਂ ਕਰਕੇ ਮਰ ਰਿਹਾ, ਔਰ ਦੂਸਰਾ ਬੰਦਾ ਬਗੈਰ ਫਜ਼ੂਲ ਵਰਸੀ ਦਾ ਹੀ ਪਿਛਲੇ 8-8 10-10 ਗਨਮੈਨ ਲੈ ਕੇ ਐਵੇਂ ਸਾਡੇ ਤੇ ਭਾਰ ਪਾਈ ਜਾਂਦਾ। ਸੋ ਇਹ ਲੋਕ ਆਪਣੇ ਵੱਲ ਸ਼ੀਸ਼ੇ ਵੱਲ ਦੇਖਣ। ਇਹਨਾਂ ਨੂੰ ਕੀ ਲੱਗਦਾ ਕਿ ਇਹਨਾਂ ਦੇ ਜਿਹੜੇ ਗਨਮੈਨ ਇਹਨਾਂ ਨੇ ਰੱਖੇ ਹੋਏ ਆ ਕੀ ਉਹ ਜਸਟੀਫਾਈ ਹੈਗਾ? ਇਹਨਾਂ ਨੂੰ ਆਪ ਨੂੰ ਕੀ ਇਹਨੇ ਸ਼ੀਸ਼ੇ 'ਚ ਖੜੇ ਹੋ ਕੇ ਆਪਣੇ ਆਪ ਨੂੰ ਕਹਿ ਸਕਦੇ ਆ ਕਿ ਅਸੀਂ ਮਹੀਨੇ ਦਾ ਹਰ ਸਰਕਾਰ ਦੇ ਉੱਤੇ 5 ਲੱਖ ਰੁਪਏ ਦਾ ਭਾਰ ਪਾ ਰਹੇ ਹਾਂ? ਕਦ ਲਈ ਪਾ ਰਹੇ ਹਾਂ ਯਾਰ? ਇੱਕ ਬੰਦਾ ਵਿਚਾਰਾ 1000 ਰੁਪਏ ਦੀ ਦਵਾਈ ਪਿੱਛੇ ਮਰ ਗਿਆ, ਤੁਹਾਨੂੰ ਹਰ ਮਹੀਨੇ 5 ਲੱਖ ਰੁਪਏ ਗਨਮੈਨਾਂ ਤੇ ਲੱਗ ਚੱਲਣਾ ਚਾਹੀਦਾ? ਤੁਸੀਂ ਸਾਲਾਨਾ ਕਿੰਨਾ ਭਾਰ ਪਾ ਰਹੇ ਹੋ ਔਰ ਉਹ ਕੰਟੀਨਿਊ ਹੈ। ਹੁਣ ਮੈਂ ਪਹਿਲਾਂ ਵੀ ਇੱਕ ਗੱਲ ਕੀਤੀ ਬਈ ਇਹਦੇ ਨਾਲ ਨਾ ਸਾਡੇ ਯੂਥ ਨੂੰ ਗਲਤ ਸੇਧ ਮਿਲਦੀ ਆ। ਦੇਖੋ, ਮੈਂ ਯੂਥ ਦੀ ਗੱਲ ਕਰਾਂ, ਅੱਜ ਦੀ ਡੇਟ ਦੇ ਵਿੱਚ ਯੂਥ ਪੜ੍ਹਾਈ ਲਿਖਾਈ ਕਰਦਾ ਹੈ, ਪੜ੍ਹ ਲਿਖ ਕੇ ਉਹਨੂੰ 25 ਤੋਂ 30-40 ਸਾਲ ਲੱਗ ਜਾਂਦੇ ਆ ਕਿਸੇ ਮੁਕਾਮ ਤੇ ਪਹੁੰਚਣ ਨੂੰ। ਕਿਸੇ ਮੁਕਾਮ ਤੇ ਪਹੁੰਚ ਕੇ ਫਿਰ ਉਹ VIP ਬਣਦਾ ਜੇ ਉਹ ਸਾਰੇ ਟੈਸਟ ਕਲੀਅਰ ਕਰ ਜਾਂਦਾ, ਉਹ ਵੀ ਹਜ਼ਾਰਾਂ ਚੋਂ ਇੱਕ। ਉਹ ਫਿਰ ਉਹਨੂੰ ਕਿਤੇ 1 ਜਾਂ 2 ਗਨਮੈਨ ਮਿਲਦੇ ਆ। ਦੂਜੇ ਪਾਸੇ ਆਪਾਂ ਆਪਣੇ ਸਮਾਜ ਸੇਵੀਆਂ ਦੀ ਗੱਲ ਲੈ ਲਈਏ। ਇੱਕ MLA ਆ, ਕਦੋਂ ਸਰਪੰਚੀ ਦੀ ਚੋਣ ਲੜਿਆ, ਕਦੋਂ ਕੌਂਸਲਰ ਬਣਿਆ, ਕਦੋਂ MLA ਬਣਿਆ, ਕਦੋਂ ਉਹ ਜਾ ਕੇ MLA ਜਿੱਤਿਆ। ਸਿਰਫ MLA ਚੋਣ ਲੜਿਆ ਨਹੀਂ, ਜਿੱਤਿਆ। ਔਰ ਜਿੱਤਣ ਤੋਂ ਬਾਅਦ ਵੀ ਉਹਨੂੰ ਸਿਰਫ 4 ਗਨਮੈਨ, 2 ਦੇ ਨਾਲ 2 ਦੀ ਛੁੱਟੀ ਤੇ। ਔਰ ਇਹ ਬੰਦੇ ਨਜਾਇਜ਼ ਭਾਰ, ਬਿਨਾਂ ਹੀ ਗੱਲ ਤੋਂ ਹਰ ਵੇਲੇ ਗਨਮੈਨ। ਸਰਕਾਰਾਂ ਦੀ ਇਹਨਾਂ ਨੂੰ ਲੋੜ ਨਹੀਂ, ਸਰਕਾਰ ਕੋਈ ਵੀ ਆਵੇ, ਇਹਨਾਂ ਦੀ ਤਾਂ ਇਲੈਕਸ਼ਨਾਂ ਹੋਣੀਆਂ ਹੀ ਨਹੀਂ। ਇਹਨਾਂ ਨੂੰ ਨਾ ਤਾਂ ਕਿਸੇ ਨੇ ਵੋਟ ਪਾਣੀ ਹੈ, ਨਾ ਕਿਸੇ ਨੇ ਆ ਕੇ ਕਹਿਣਾ ਹੈ ਸਾਡੇ ਲੀਡਰ ਨੇ। ਬਸ ਇਹਨਾਂ ਦਾ ਕੰਮ ਹੈ ਆ ਮੋਬਾਈਲ ਚੱਕਿਆ, ਫੇਸਬੁੱਕ ਤੇ ਲਾਈਵ ਹੋਏ, 2 ਬਿਆਨ ਦਿੱਤੇ। ਔਰ ਬੜੀ ਹਾਸੋਹੀਨ ਗੱਲ ਹੈ, ਮੈਨੂੰ ਇੱਕ ਕੱਲ ਵੀਰ ਨੇ ਦੱਸੀ। ਉਹ ਕਹਿੰਦਾ ਵੀਰ ਇਹ ਕੁੰਡੀ ਲਾ ਕੇ ਬਿਆਨ ਦਿੰਦੇ ਆ। ਇਹ ਪਹਿਲਾਂ ਕੁੰਡੀ ਲਾਉਂਦੇ ਆ ਵੀ ਕਿਤੇ ਕੋਈ ਅੰਦਰ ਨਾ ਆ ਜੇ, ਕਿਉਂਕਿ ਡਰ ਬਹੁਤ ਲੱਗਦਾ ਨਾ ਜੀ ਇਹਨਾਂ ਨੂੰ। ਆਪਾਂ ਨੂੰ ਦੇਖਿਆ ਹੀ ਹੈ, ਗਨਮੈਨ ਤਾਂ ਉਹੀ ਬੰਦਾ ਮੰਗਦਾ ਨਾ ਜਿਹਨੂੰ ਡਰ ਲੱਗਦਾ। ਔਰ ਕੋਈ ਸਰਕਾਰਾਂ ਥੋੜਾ ਆ ਕੇ ਕਹਿੰਦੀਆਂ ਨੇ। ਕਦੇ ਕਿਸੇ ਕਮਿਸ਼ਨਰ ਸਾਹਿਬ ਨੇ ਜਾਂ DGP ਸਾਹਿਬ ਨੇ ਆ ਕੇ ਤੁਹਾਨੂੰ ਕਿਹਾ ਵੀ ਤੁਹਾਨੂੰ ਗਨਮੈਨ ਦੀ ਲੋੜ ਆ ਭਾਈ ਲੈ ਲਓ? ਇਹ ਤੁਹਾਡੀਆਂ ਦਰਖਾਸਤਾਂ ਉੱਥੇ ਪਈਆਂ ਨੇ ਵੀ ਸਾਨੂੰ ਡਰ ਲੱਗਦਾ। ਉਹ ਯਾਰ ਜੇ ਇੰਨੇ ਦਲੇਰ ਹੋ, ਸਾਨੂੰ ਦੱਸਦੇ ਕਿਉਂ ਨਹੀਂ? ਜਦੋਂ ਤੁਸੀਂ ਲਾਈਵ ਹੁੰਦੇ ਹੋ ਨਾ, ਜਦੋਂ ਤੁਸੀਂ ਕਹਿੰਦੇ ਹੋ ਅਸੀਂ ਅੱਤਵਾਦ ਦੇ ਖਿਲਾਫ ਲੜਨਾ, ਉਦੋਂ ਪਹਿਲਾਂ ਸਾਨੂੰ ਦੱਸਿਆ ਕਰੋ ਬਈ ਭਾਈ ਮੈਨੂੰ ਡਰ ਬਹੁਤ ਲੱਗਦਾ ਪਰ ਮੈਂ ਲੜਨਾ। ਇਹ ਗੱਲ ਜਿਹੜੀ ਡਰ ਵਾਲੀ ਗੱਲ ਹੈ ਨਾ, ਇਹ ਦੱਸੋ। ਔਰ ਸਾਨੂੰ ਉਦੋਂ ਵੀ ਦੱਸਿਆ ਕਰੋ ਜਦੋਂ ਤੁਸੀਂ ਦਰਖਾਸਤਾਂ ਦੇ ਕੇ ਆਉਂਦੇ ਹੋ ਕਮਿਸ਼ਨਰ ਸਾਹਿਬ ਕੋਲੇ ਜਾ ਕੇ ਵੀ ਭਾਈ ਅੱਜ ਮੈਂ ਦਰਖਾਸਤ ਦੇਣ ਗਿਆ ਸੀ, ਜਦੋਂ ਮੈਂ ਬਿਆਨ ਦਿੱਤਾ ਸੀ ਨਾ ਲਾਈਵ ਹੋ ਕੇ, ਉਹ ਫਿਰ ਮੈਨੂੰ ਉਦੋਂ ਬਾਅਦ ਬਹੁਤ ਡਰ ਲੱਗਦਾ। ਹੁਣ ਇਹ ਦੱਸਿਆ ਕਰੋ ਸਾਨੂੰ। ਆਮ ਪਬਲਿਕ ਨੂੰ ਪਤਾ ਹੋਣਾ ਚਾਹੀਦਾ ਹੈ ਵੀ ਤੁਸੀਂ ਕਿੱਡੇ ਕੁ ਵੱਡੇ ਯੋਧੇ ਹੋ। ਇਸ ਦੇ ਨਾਲ ਮੈਂ ਤੁਹਾਨੂੰ ਇਹ ਵੀ ਪੁੱਛਣਾ ਚਾਹੂੰਗੀ ਕਿ ਕੁਝ ਅਜਿਹੀ ਚੀਜ਼ਾਂ ਵੀ ਹੁੰਦੀਆਂ। ਇੱਕ ਗਨਮੈਨ ਦੀ ਜਿਹੜਾ ਕ੍ਰਾਈਟੇਰੀਆ ਹੈ ਕਿ ਇਸ ਕ੍ਰਾਈਟੇਰੀਆ ਵਿੱਚ ਤੁਹਾਨੂੰ ਗਨਮੈਨ ਮਿਲ ਸਕਦਾ, ਕਿ ਉਹਦਾ ਇੱਕ ਸਪੈਸੀਫਿਕ ਕ੍ਰਾਈਟੇਰੀਆ ਹੈਗਾ ਕਿ ਅੱਜ ਮੰਨ ਲਓ ਮੈਂ ਕਹਿੰਦਾ ਮੇਰੀ ਜਾਨ ਨੂੰ ਖਤਰਾ ਹੈ, ਤਾਂ 1 ਸਾਲ ਤੱਕ ਗਵਰਨਮੈਂਟ ਜਿਹੜੀ ਹੈ ਉਹ ਮੈਨੂੰ ਦੇਗੀ, ਬਾਡੀਗਾਰਡ ਦੇਗੀ ਜਾਂ ਗਾਰਡ ਦੇਗੀ, ਤੇ ਉਸ ਤੋਂ ਬਾਅਦ ਉਹ ਮੇਰੇ ਤੋਂ ਲੈ ਵੀ ਸਕਦੇ ਨੇ? ਕਿ ਇਹ ਲਾਈਫ ਟਾਈਮ ਚੱਲਦਾ ਹੈ? ਇਹ ਤਾਂ ਪ੍ਰੋਸੈਸ ਕੀ ਹੈ? ਦੇਖੋ, ਮੈਨੂੰ ਨਾ ਬੜੀ ਗੱਲ ਤੇ ਬੜਾ ਗੁੱਸਾ ਆਇਆ। ਇੱਕ ਬੰਦੇ ਨੇ ਵੀਰ ਮੈਨੂੰ ਮਿਲਿਆ, ਮੈਨੂੰ ਕਹਿੰਦਾ ਭਾਜੀ ਤੁਹਾਨੂੰ ਗਨਮੈਨ ਚਾਹੀਦੇ ਨੇ? ਮੈਂ 3-4 ਦਿਨ ਪੁਰਾਣੀ ਗੱਲ ਦੱਸ ਰਿਹਾ। ਕਹਿੰਦਾ ਤੁਹਾਨੂੰ ਗਨਮੈਨ ਚਾਹੀਦੇ ਨੇ? ਮੈਂ ਕਿਹਾ ਕੀ ਹੋ ਗਿਆ? ਕਹਿੰਦਾ ਯਾਰ ਸਮਾਜ ਸੇਵਾ ਕਰਨੀ ਹੈ, ਗਨਮੈਨ ਦੀ ਲੋੜ ਤਾਂ ਤੁਹਾਨੂੰ, ਤੁਸੀਂ VIP ਲੱਗੋਗੇ ਸਾਰਿਆਂ ਨੂੰ। ਮੈਂ ਕਿਹਾ ਉਹ ਕਿੱਦਾਂ? ਕਹਿੰਦਾ ਮੈਂ ਤੁਹਾਨੂੰ ਦੱਸੂਗਾ ਤੁਸੀਂ ਬਿਆਨ ਕੀ ਦੇਣਾ, ਔਰ ਤੁਹਾਨੂੰ ਕਹਿੰਦਾ ਜਿਹੜਾ ਮਹੀਨਾ ਚੱਲ ਰਿਹਾ ਤੁਹਾਡੀ ਮੇਰੀ ਗਰੰਟੀ ਹੋਊਗੀ ਕਿ ਵਿਦਿਨ 2 ਮੰਥਸ ਤੁਹਾਨੂੰ ਗਨਮੈਨ ਮਿਲ ਜਾਣਗੇ। ਮੈਂ ਕਿਹਾ ਯਾਰ ਇੱਦਾਂ ਕਿੱਦਾਂ ਮਿਲ ਜਾਣਗੇ? ਕਹਿੰਦਾ ਮੈਂ ਤੁਹਾਨੂੰ ਦੱਸੂਗਾ ਤੁਸੀਂ ਕੀ ਬਿਆਨ ਦੇਣਾ। ਕਹਿੰਦਾ ਤੁਸੀਂ ਸਿਰਫ ਤੇ ਸਿਰਫ ਅੱਤਵਾਦ ਦੇ ਖਿਲਾਫ ਬਿਆਨ ਦੇਣਾ। ਮੈਂ ਕਿਹਾ ਜੀ ਵੀ ਇਹ ਤਾਂ ਨਹੀਂ ਹੋ ਸਕਦਾ ਵੀ ਅੱਤਵਾਦ ਦੇ। ਕਹਿੰਦਾ ਜੀ ਤੁਸੀਂ ਇਹਨਾਂ ਦਾ ਡਾਟਾ ਕਢਾ ਲਓ, ਜਿੰਨੇ ਵੀ ਬੋਲ ਰਹੇ ਨੇ ਸਿਰਫ ਤੇ ਸਿਰਫ ਅੱਤਵਾਦ ਦੇ ਖਿਲਾਫ ਬੋਲ ਰਹੇ ਨੇ। ਉਹ ਜੀ ਮੈਂ ਅੱਤਵਾਦ ਦੇ ਖਿਲਾਫ ਲੜ ਰਿਹਾ ਜੀ,
ਉਹ ਯਾਰ ਕੁੰਡੀ ਤੁਸੀਂ ਲਾਈ ਹੋਈ ਹੈ, 3 ਤੁਹਾਡੇ ਨਾਲ ਬੰਦੇ ਨਹੀਂ, ਤੇ ਤੁਸੀਂ ਕਿੱਦਾਂ ਲੜ ਰਹੇ ਹੋ? ਮੈਨੂੰ ਦੱਸੋ ਤਾਂ ਸਹੀ ਨਾ। ਤੁਸੀਂ ਸਾਡੇ ਤੇ ਸਮਾਜ ਦੇ ਉੱਤੇ ਭਾਰ ਹੋ, ਤੁਸੀਂ ਲੜ ਨਹੀਂ ਰਹੇ, ਤੁਸੀਂ ਤਾਂ ਡਰਪੋਕ ਹੋ ਯਾਰ, ਤੁਹਾਨੂੰ ਤਾਂ ਡਰ ਹੀ ਇੰਨਾ ਲੱਗਦਾ। ਸਵੇਰੇ ਤੁਸੀਂ ਬਿਆਨ ਦਿੰਦੇ ਹੋ, ਸ਼ਾਮ ਨੂੰ ਤੁਹਾਡੀਆਂ ਲੱਤਾਂ ਕੰਬਣ ਲੱਗ ਜਾਂਦੀਆਂ, ਪਜਾਮਾ ਗਿੱਲਾ ਹੋ ਜਾਂਦਾ, ਫਿਰ ਕਹਿੰਦੇ ਸਾਨੂੰ ਡਰ ਲੱਗਦਾ, ਸਾਨੂੰ ਡਰ ਲੱਗਦਾ ਤੁਹਾਡਾ। ਮਤਲਬ ਯਾਰ ਜੇ ਜਾਂ ਤਾਂ ਡਰੋ ਜਾਂ ਲੜੋ, ਸਾਡੇ ਤੇ ਭਾਰ ਨਾ ਪਾਓ। ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸ ਰਿਹਾ ਸੀ, ਮੇਰੇ ਵੀਰ ਨੇ ਮੈਨੂੰ ਕਿਹਾ, ਮੈਨੂੰ ਉਹਨੇ ਇੱਕ ਹੋਰ ਬੰਦੇ ਦੀ ਗੱਲ ਦੱਸੀ। ਹੁਣ ਲੁਧਿਆਣੇ ਦੇ ਵਿੱਚ ਇੱਕ ਸਮਾਜ ਸੇਵੀ ਹੈ, ਉਹ ਕਰੀਬ 5 ਤੋਂ 10 ਸਾਲ ਇੱਕ NGO ਚਲਾ ਕੇ ਲੜਦਾ ਰਿਹਾ। ਜਿੰਨੀ ਦੇਰ ਉਹ NGO ਬਣਾ ਕੇ ਲੜਦਾ ਰਿਹਾ, ਲੋਕਾਂ ਦੇ ਹੱਕਾਂ ਦੀ ਗੱਲ ਕਰਦਾ ਰਿਹਾ, ਜਾਂ ਕਿਸੇ ਨਾ ਕਿਸੇ ਕੁਰੀਤੀ ਦੇ ਬਾਰੇ ਬੋਲਦਾ ਰਿਹਾ, ਉਹ ਸਿੰਪਲ ਇੱਕ ਆਮ ਇਨਸਾਨ ਹੀ ਸੀ। ਉਹ ਕਹਿੰਦੇ ਅਸੀਂ 10 ਸਾਲ ਬਾਅਦ ਉਹਨੂੰ ਗਾਈਡ ਕੀਤਾ, ਉਹ ਵੀਰ ਤੂੰ ਆ ਕਿਹੜੇ ਪਾਸੇ ਪਿਆ, ਤੈਨੂੰ ਤਾਂ ਇਦਾਂ ਕੁਝ ਨਹੀਂ ਹੋਣਾ, VIP ਤਾਂ ਤੂੰ ਤਾਂ ਹੀ ਬਣੇਗਾ ਨਾ ਜੇ ਤੈਨੂੰ ਗਨਮੈਨ ਮਿਲਣਗੇ, ਤੇ ਤੈਨੂੰ ਅਸੀਂ ਤਰੀਕਾ ਦੱਸਦੇ ਹਾਂ। ਕਹਿੰਦੇ ਫਿਰ ਅਸੀਂ ਉਹਨੂੰ ਤਰੀਕੇ ਦੱਸੇ, ਉਹਨੇ ਪੁੱਠੇ ਸਿੱਧੇ 4 ਬਿਆਨ ਦਿੱਤੇ, ਹੁਣ ਅੱਜ ਕੱਲ੍ਹ ਉਹਦੇ ਕੋਲ ਗਨਮੈਨ ਨੇ। ਕਹਿੰਦੇ ਮੈਂ ਕਿਹਾ ਜੀ ਕਮਾਲ ਹੋ ਗਈ, ਫਿਰ ਸਮਾਜ ਸੇਵਾ ਕਰਨ ਦੀ ਤਾਂ ਲੋੜ ਹੀ ਨਹੀਂ। ਸਾਡੇ ਜਿਹੜੇ ਆ ਸਮਾਜ ਸੇਵੀ ਇੰਨੀਆਂ NGOs ਮਸ਼ਹੂਰ ਹੋਈਆਂ ਹੋਈਆਂ, ਸੋਸ਼ਲ ਮੀਡੀਆ 'ਤੇ ਇੰਨੀਆਂ ਛਾਈਆਂ ਹੋਈਆਂ, ਇਹ ਤਾਂ ਫਿਰ ਧਰਮ ਨੂੰ ਲੈ ਕੇ ਬੋਲਣ ਤੇ ਗਨਮੈਨ ਲੈਣ, ਇਹਨਾਂ ਨੂੰ ਕੀ ਲੋੜ ਹੈ? ਨਾਲੇ ਸੇਵਾ ਕਰਨ, ਨਾਲੇ ਗਾਲਾਂ ਖਾਣ। VIP ਤਾਂ ਗਨਮੈਨ ਲੈ ਕੇ ਵੈਸੇ ਹੀ ਬਣ ਜਾਣਾ। ਸੋ ਇਹ ਨਾ ਦੌਰ ਗਲਤ ਚੱਲ ਪਿਆ। ਔਰ ਇਹ ਲੋਕਾਂ ਦੇ ਉੱਤੇ, ਮੇਰੇ ਕੋਲ ਇਹਨਾਂ ਦੀਆਂ FIR ਆ ਰਹੀਆਂ ਜੀ, ਠੱਗੀ ਦੇ ਮਾਮਲੇ ਇਹਨਾਂ 'ਤੇ, ਧੋਖਾਧੜੀ ਦੇ ਇਹਨਾਂ 'ਤੇ, ਫੇਕ FIR ਗਨਮੈਨ ਲੈਣ ਲਈ ਇਹਨਾਂ ਦੇ ਉੱਤੇ, ਲੋਕਾਂ ਤੋਂ ਇਹਨਾਂ ਨੇ ਕਮਿਸ਼ਨਾਂ ਲੈਣੀਆਂ, ਵਿਆਜ ਤੇ ਇਹਨਾਂ ਨੇ ਪੈਸੇ ਦੇਣੇ ਨੇ, ਇਹਨਾਂ ਦੀਆਂ ਸਭ ਦੀਆਂ ਲਿਸਟਾਂ ਬਣ ਰਹੀਆਂ। ਇਹ ਜਿੰਨਾ ਮਰਜ਼ੀ ਬੋਲ ਲੈਣ ਮੇਰੇ ਖਿਲਾਫ, ਜਿੰਨਾ ਮਰਜ਼ੀ ਬੋਲ ਲੈਣ, ਖੁੱਲ੍ਹ ਕੇ ਬੋਲਣ, ਧਮਕੀਆਂ ਦੇਣ, ਡਰਾਉਣ, ਹਮਲਾ ਕਰਾਉਣ, ਜੋ ਮਰਜ਼ੀ ਕਰਾਉਣ। ਪਹਿਲੀ ਗੱਲ ਤਾਂ ਮੈਂ ਗਨਮੈਨ ਨਹੀਂ ਲੈਣਾ। ਦੂਜੀ ਗੱਲ, ਤੁਹਾਡੀਆਂ ਲਿਸਟਾਂ ਬਣ ਗਈਆਂ, ਤੁਹਾਡਾ ਹੁਣ ਬਚਣਾ ਕੁਝ ਨਹੀਂ। ਤੁਹਾਡੇ ਗਨਮੈਨ ਜਿਹੜੇ ਨੇ ਨਾ, ਇਹ ਸਾਰੇ ਭੱਜ ਜਾਣੇ ਨੇ। ਜੇ ਇੱਥੇ ਨਹੀਂ ਭੱਜਣਗੇ ਤਾਂ DGP ਸਾਹਿਬ ਕੋਲ ਜਾਵਾਂਗੇ, DGP ਸਾਹਿਬ ਕੋਲ ਨਹੀਂ ਭੱਜਣਗੇ ਤਾਂ ਫਿਰ ਕੋਰਟ 'ਚ ਜਾਵਾਂਗੇ। ਪੂਰੀ ਲਿਸਟ ਮੇਰੇ ਕੋਲ ਤਿਆਰ ਆ ਮੈਡਮ ਇਹਨਾਂ ਦੀ। ਜੀ, ਤੇ ਇਸ ਦੇ ਨਾਲ ਹੀ ਕ੍ਰਾਈਟੇਰੀਆ ਮੈਂ ਤੁਹਾਨੂੰ ਪਹਿਲਾਂ ਵੀ ਪੁੱਛਿਆ ਕਿ ਕਿੰਝ ਕ੍ਰਾਈਟੇਰੀਆ ਕਿ ਗਵਰਨਮੈਂਟ ਇਹਨਾਂ ਤੋਂ ਜਿਹੜੇ ਗਨਮੈਨ ਹੈ ਉਹ ਖੋਹ ਸਕਦੀ ਹੈ, ਕਿ ਕੋਈ ਲਾਅ, ਕੋਈ ਆਰਡਰ ਹੈ ਜਿਸ ਦੇ ਅਗੇਂਸਟ ਗਵਰਨਮੈਂਟ ਜਿਹੜੀ ਹੈ, ਜਿਨ੍ਹਾਂ ਨੇ ਦਿੱਤੇ ਇਹਨਾਂ ਨੂੰ, ਉਹ ਦੁਬਾਰਾ ਖੋਹ ਸਕਦੀ? ਦੇਖੋ, ਇਹਦੇ ਤੇ ਕੋਈ ਨਾ ਕੋਈ ਕਾਨੂੰਨ ਜ਼ਰੂਰ ਬਣਨਾ ਚਾਹੀਦਾ ਹੈ। ਜਿਹੜੀ ਮੈਂ DGP ਸਾਹਿਬ ਤੇ ADGP ਸਿਕਿਉਰਿਟੀ ਸਾਹਿਬ ਨੂੰ ਲੈਟਰ ਪਾਈ ਸੀ, ਉਹਦੇ 'ਚ ਮੈਂ ਇਹੀ ਰਿਕੁਐਸਟ ਕੀਤੀ ਸੀ ਵੀ ਅੱਜ ਤੋਂ ਬਾਅਦ ਜਿਹੜੇ ਵੀ ਬੰਦੇ ਤੇ ਕੋਈ ਮੁਕੱਦਮਾ ਦਰਜ ਹੁੰਦਾ ਹੈ, ਸਪੈਸ਼ਲ ਹੇਟ ਸਪੀਚ ਦਾ ਮੁਕੱਦਮਾ, ਜੇ ਉਹ ਯਾਰ ਕਿਸੇ ਦੂਜੇ ਧਰਮ ਦੇ ਖਿਲਾਫ ਗਲਤ ਪ੍ਰਚਾਰ ਕਰ ਰਿਹਾ ਹੈ, ਹੁਣ ਜੇ ਉਹਦੇ ਕੰਮ ਹੀ ਚਪੇੜਾ ਖਾਣ ਵਾਲੇ ਨੇ, ਉਹਦੇ ਚਪੇੜਾ ਹੀ ਬਹਿਣਗੀਆਂ, ਉਹਨੂੰ ਲੋਕਾਂ ਨੇ ਹਾਰ ਤਾਂ ਪਾਉਣੋਂ ਰਹੇ। ਹੁਣ ਜੇ ਉਹ ਇੱਦਾਂ ਦੇ ਸਟੇਟਮੈਂਟਸ ਦਊਗਾ ਕਿ ਮੈਂ ਜੀ ਇਹ ਦੂਜੇ ਧਰਮ ਦੇ ਖਿਲਾਫ ਆਹ ਕਰ ਦੂੰਗਾ, ਉਹਨੂੰ ਅੰਮ੍ਰਿਤਸਰ ਦਾ ਇੱਕ ਉਹ ਸੈਲਫ ਸਟਾਈਲਡ ਲੀਡਰ ਹੈ, ਉਹਨੂੰ ਲੋਕੀ ਨਹੀਂ ਲੀਡਰ ਮੰਨਦੇ, ਉਹ ਆਪ ਹੀ ਘਰੇ ਹੀ ਬਸ ਆਪਣੇ 3-4 ਬੰਦੇ ਇਕੱਠੇ ਕਰਕੇ ਕੁੰਡੀ ਲਾ ਕੇ ਫੇਸਬੁੱਕ ਤੇ ਵੀਡੀਓ ਬਣਾਉਂਦਾ ਤੇ ਪਾ ਦਿੰਦਾ, ਵਾਇਰਲ ਕਰ ਦਿੰਦਾ ਜੀ ਮੈਂ ਕੁੰਡੀ ਲਾ ਕੇ ਬੋਲਦਾ, ਨਾਲੇ ਉਹ ਡਰ ਲੱਗਦਾ ਕੋਈ ਆ ਨਾ ਜਾਵੇ। 6-15 ਗਨਮੈਨ ਉਹਦੇ ਬਾਹਰ ਖੜੇ ਹੁੰਦੇ ਆ ਤੇ ਬੋਲਦਾ ਕਿ ਮੈਨੂੰ ਜੀ ਮੈਂ ਆਹ ਕਰ ਦੂੰਗਾ। ਜਦੋਂ ਹੇਟ ਸਪੀਚ ਦਾ ਉਹਦੇ ਤੇ ਮੁਕੱਦਮਾ ਦਰਜ ਹੋ ਗਿਆ, ਫਿਰ ਉਸ ਤੋਂ ਬਾਅਦ ਉਹਦੇ ਗਨਮੈਨ ਕਿਉਂ ਨਹੀਂ ਵਿਡਰਾ ਹੁੰਦੇ? ਹੁਣ ਸਰਕਾਰਾਂ ਦੀ ਇੱਥੇ ਨਲਾਇਕੀ ਹੈ। ਇੱਕ ਬੰਦੇ ਤੇ 2014 ਦੇ ਵਿੱਚ ਪਹਿਲਾ ਮੁਕੱਦਮਾ ਦਰਜ ਹੁੰਦਾ, ਉਹ ਬੰਦੇ ਤੇ ਅੱਜ ਦੀ ਡੇਟ ਦੇ ਵਿੱਚ 6 ਮੁਕੱਦਮੇ ਦਰਜ ਹੋ ਗਏ ਸਿਰਫ ਹੇਟ ਸਪੀਚ ਦੇ। ਟੋਟਲ ਉਹਦੇ ਤੇ 11 FIR ਦਰਜ ਨੇ, ਮੈਂ ਸਾਰਾ ਡਾਟਾ ਕਢਾਇਆ ਹੋਇਆ। ਹੁਣ ਇੰਨੀਆਂ ਮੁਕੱਦਮੇ ਉਹਦੇ ਤੇ ਦਰਜ ਹੋ ਗਏ, ਕੀ ਯਾਰ ਹੁਣ ਤਾਂ ਉਹਦੇ ਗਨਮੈਨ ਵਿਡਰਾ ਕਰ ਲਓ। ਔਰ ਜੇ ਇਹ ਬੰਦਾ, ਇਹਨੂੰ ਸੱਚੀ ਇੰਨੇ ਗਨਮੈਨ ਚਾਹੀਦੇ ਨੇ, ਮੇਰੇ ਵੀਰ ਤੂੰ ਅੱਜ ਕੱਲ੍ਹ ਜੇਲ੍ਹ 'ਚ ਹੈ, ਤੂੰ ਜੇਲ੍ਹ 'ਚ ਰਹਿ, ਦੇਖ ਉੱਥੇ ਕਿੰਨੀ ਸਿਕਿਉਰਿਟੀ ਆ। ਘੱਟੋ ਘੱਟ ਤੇਰੇ 15, ਇੱਥੇ ਤਾਂ ਬਾਹਰ ਤੇਰੇ ਕੋਲ 15 ਸੀਗੇ, ਉੱਥੇ ਤੇਰੇ ਕੋਲੇ 100 ਗਨਮੈਨ ਹੈ, ਜੋ ਮਰਜ਼ੀ ਬੋਲੀ ਜਾ। ਤੈਨੂੰ ਡਰ ਤਾਂ ਇਹਨਾਂ, ਤੈਨੂੰ ਪਤਾ ਤੂੰ ਕਿੰਨਾ ਡਰਪੋਕ ਹੈ, ਤੂੰ ਅੰਦਰ ਬੈਠਾ ਜੋ ਮਰਜ਼ੀ ਬੋਲੀ ਜਾ। ਤੂੰ ਬਾਹਰ ਆਏਗਾ, ਤੈਨੂੰ ਕੀ ਲੋੜ ਆ ਬਾਹਰ ਆਉਣ ਦੀ? ਅੰਦਰ ਤੇਰੀ ਵੱਧ ਸਿਕਿਉਰਿਟੀ ਆ, ਫਿਰ ਤੈਨੂੰ ਖਾਣਾ ਪੀਣਾ ਸਾਰਾ ਕੁਝ ਫ੍ਰੀ ਮਿਲਦਾ। ਇਹ ਲੋਕ ਨਾ ਸਾਡੇ ਤੇ ਭਾਰ ਨੇ, ਭਾਰ, ਔਰ ਇਹ ਡਰਪੋਕ ਨੇ। ਮੈਂ ਉਹਨਾਂ ਨੂੰ ਮੂੰਹ ਤੇ ਡਰਪੋਕ ਕਹਿੰਦਾ ਹੁੰਦਾ। ਕ੍ਰਾਈਟੇਰੀਆ ਦੀ ਤੁਹਾਨੂੰ ਮੈਂ ਗੱਲ ਦੱਸਦਾ ਜੀ, ਕ੍ਰਾਈਟੇਰੀਆ ਸਰਕਾਰ ਨੂੰ ਬਣਾਉਣਾ ਚਾਹੀਦਾ। ਅਸੀਂ ਲੋਕ ਤਾਂ ਸਰਕਾਰ ਨੂੰ ਅਪੀਲ ਕਰ ਸਕਦੇ ਹਾਂ ਵੀ ਜੇ ਕਿਸੇ ਤੇ FIR ਆ ਤਾਂ ਉਹਦਾ ਗਨਮੈਨ ਵਿਡਰਾ ਹੋਵੇ। ਹੁਣ ਇਹਨਾਂ ਦਾ ਕ੍ਰਾਈਟੇਰੀਆ ਕੀ ਹੈ? ਹੁਣ ਕਿਸੇ ਬੰਦੇ ਦੇ, ਮੰਨ ਲਓ ਮੈਨੂੰ ਇੱਕ ਬੰਦੇ ਦਾ ਪਤਾ ਲੱਗਿਆ ਜੀ, ਉਹਦੇ ਕੋਲੇ 16 ਗਨਮੈਨ ਸੀਗੇ। ਉਹ ਕਿਤੇ ਰਿਵਿਊ ਹੋਇਆ, ਉਹ ਕਹਿੰਦੇ ਜੀ ਹੁਣ ਇਹਨੂੰ ਗਨਮੈਨ ਦੀ ਲੋੜ ਨਹੀਂ, ਉਹਦੇ ਗਨਮੈਨ ਘਟਾਤੇ। ਉਹ ਜਦੋਂ ਘਟੇ ਉਹਨੂੰ ਟੈਨਸ਼ਨ ਹੋ ਗਈ, ਯਾਰ ਤਾਂ ਫਿਰ ਹੁਣ ਮੈਂ ਕੀ ਕਰਾਂ? ਉਹਨੇ ਫਿਰ ਫਟਾਫਟ ਜੀ ਆਪਣਾ ਅੱਤਵਾਦ ਦੇ ਖਿਲਾਫ ਲੜਨਾ ਸ਼ੁਰੂ ਕਰਤਾ। ਘਰੇ ਹੀ ਗਿਆ ਨਹੀਂ ਕਿਤੇ, ਕੁੰਡੀ ਲਾਈ ਤੇ ਜਾਂ ਕੋਈ ਪੁਤਲਾ ਫੂਕਤਾ ਜਾਂ ਰੌਲਾ ਪਾ ਲਿਆ ਤੇ ਅਸੀਂ ਜੀ ਅੱਤਵਾਦ ਦੇ ਖਿਲਾਫ ਲੜ ਰਹੇ ਹਾਂ। ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਅੱਤਵਾਦ ਪੰਜਾਬ ਦੇ ਵਿੱਚ ਕੋਈ ਮੁੱਦਾ ਹੀ ਹੈ ਨਹੀਂ ਯਾਰ। ਕੋਈ ਅਸੀਂ ਜੰਮੂ ਕਸ਼ਮੀਰ 'ਚ ਥੋੜ੍ਹਾ ਰਹਿ ਰਹੇ ਹਾਂ, ਅੱਤਵਾਦ ਕਿੱਥੇ ਹੈ? ਮੈਨੂੰ ਦੱਸੋ ਕਿਹੜੀ ਸਰਕਾਰ ਹੈ ਜਿਹਦਾ ਮੁੱਦਾ ਅੱਤਵਾਦ ਹੈ? ਜੇ ਕੋਈ ਮੰਨ ਲਓ ਜੇ ਅੱਤਵਾਦ ਪੰਜਾਬ 'ਚ ਹੁੰਦਾ, ਜਦੋਂ ਕੋਈ ਗਵਰਨਮੈਂਟ ਬਣਦੀ, ਕੋਈ ਪਾਰਟੀ ਤਾਂ ਕਹਿੰਦੀ ਵੀ ਸਾਡਾ ਮੁੱਦਾ ਅੱਤਵਾਦ ਹੈ। ਮੰਨ ਲਓ ਕਦੇ ਕਿਸੇ BJP ਗਵਰਨਮੈਂਟ ਨੇ, ਅਕਾਲੀ ਦਲ ਦੀ ਗਵਰਨਮੈਂਟ ਨੇ ਜਾਂ ਕਾਂਗਰਸ ਦੀ ਗਵਰਨਮੈਂਟ ਨੇ ਕਦੇ ਕਿਹਾ ਵੀ ਅਸੀਂ ਅੱਤਵਾਦ ਦੇ ਮੁੱਦੇ ਤੇ ਇਲੈਕਸ਼ਨ ਲੜਨੀ ਹੈ? ਕਿਸੇ ਨੇ ਨਹੀਂ ਕਿਹਾ, ਕਿਉਂਕਿ ਅੱਤਵਾਦ ਕੋਈ ਮੁੱਦਾ ਹੀ ਹੈ ਨਹੀਂ। ਸਾਡਾ ਮੁੱਦਾ ਕੀ ਹੈ? ਸਾਡਾ ਮੁੱਦਾ ਕਿਸਾਨੀ। ਸਾਡੇ ਕਿਸਾਨ ਮਰ ਰਹੇ ਨੇ, ਅਖਬਾਰਾਂ ਦੇ
ਕਈ ਪੇਜ ਇਦਾਂ ਦੇ ਨੇ ਜਿਹੜੇ ਸਿਰਫ ਤੇ ਸਿਰਫ ਡੇਲੀ ਉਸ ਪੇਜ ਦੇ ਉਸ ਲਾਈਨ ਦੇ ਉੱਤੇ ਸਿਰਫ ਫੋਟੋ ਹੀ ਛਪਦੀ ਆ ਵੀ ਇੰਨੀਆਂ ਆਤਮ ਹੱਤਿਆ ਹੋ ਗਈਆਂ, ਫਿਕਸ ਹੋਏ ਹੋਏ ਨੇ। ਸਾਡਾ ਮੁੱਦਾ ਹੈ ਸਾਡੀਆਂ ਹਸਪੀਟਲਸ, ਸਾਨੂੰ ਮੁੱਢਲੀਆਂ ਸਹੂਲਤਾਂ ਨਹੀਂ ਮਿਲ ਰਹੀਆਂ। ਸਾਡੇ ਲੁਧਿਆਣੇ ਦੇ ਵਿੱਚ, ਸਾਡੇ ਪੰਜਾਬ ਦੇ ਵਿੱਚ ਚੰਡੀਗੜ੍ਹ ਹਸਪੀਟਲ ਹੈ PGI, ਸਾਡੇ ਪੰਜਾਬ 'ਚ ਨਹੀਂ ਆਉਂਦਾ। ਸਾਡੇ ਪੰਜਾਬ 'ਚ ਇੱਕ ਹਸਪੀਟਲ ਦਿਖਾ ਦਿਓ ਜਿੱਥੇ ਵੈਂਟੀਲੇਟਰ ਸਰਕਾਰ ਨੇ ਰੱਖੇ ਹੋਣ ਤੇ ਵਧੀਆ ਸਹੂਲਤਾਂ ਮਿਲ ਰਹੀਆਂ ਹੋਣ। ਪ੍ਰਾਈਵੇਟ ਹਸਪਤਾਲ ਦੀ ਗੱਲ ਨਹੀਂ ਕਰਦਾ, ਸਰਕਾਰ ਦਾ ਹਸਪਤਾਲ, ਸਰਕਾਰ ਦਾ ਜਿਹੜਾ ਪੈਸਾ ਫਜ਼ੂਲ ਹੋ ਰਿਹਾ, ਖਰਚ ਹੋ ਰਿਹਾ, ਉਹ ਸਰਕਾਰ ਹਸਪਤਾਲਾਂ ਤੇ ਲਾ ਸਕਦੀ ਆ। ਸਾਡੇ ਇਹ ਮੁੱਦੇ ਨੇ, ਇਹ ਮੁੱਦਿਆਂ ਤੇ ਜਦੋਂ ਤੁਸੀਂ ਲਾਈਵ ਹੋ ਕੇ ਬੋਲੋਗੇ ਲੋਕ ਤੁਹਾਨੂੰ ਪਸੰਦ ਕਰਨਗੇ। ਇਹ ਲੋਕਾਂ ਨੂੰ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ, ਤੁਸੀਂ ਘਰੇ ਬੈਠੇ ਲਾਈਵ ਹੁੰਨੇ ਹੋ, ਫੇਸਬੁੱਕ ਤੇ ਵੀਡੀਓ ਪਾ ਦਿੰਦੇ ਹੋ, ਕਦੇ ਲੋਕਾਂ ਨੇ ਕਮੈਂਟ ਚੈੱਕ ਕੀਤੇ ਕਿ ਲੋਕ ਤੁਹਾਡੇ ਬਾਰੇ ਕੀ ਸੋਚਦੇ ਆ? ਲੋਕ, ਤੁਸੀਂ, ਮੈਂ ਨਹੀਂ ਕੁਛ ਆਪਣੇ, ਮੇਰਾ ਮੂੰਹ ਗੰਦਾ ਹੁੰਦਾ ਜੀ ਜੇ ਮੈਂ ਇਹਨਾਂ ਦੇ ਬਾਰੇ ਕੁਝ ਗਲਤ ਬੋਲਾਂ, ਇਹ ਆਪਣੇ ਕਮੈਂਟ ਚੈੱਕ ਕਰਨ, ਲੋਕ ਇਹਨਾਂ ਨੂੰ ਕਿੰਨੀਆਂ ਕੁ ਅਸੀਸਾਂ ਦਿੰਦੇ ਆ, ਇਹਨਾਂ ਨੂੰ ਪਤਾ ਲੱਗ ਜੂਗਾ। ਅੱਤਵਾਦ ਮੁੱਦਾ ਸਿਰਫ ਤੇ ਸਿਰਫ ਉਸ ਬੰਦੇ ਲਈ ਰਹਿ ਗਿਆ ਜਿਹਨੇ ਗਨਮੈਨ ਲੈਣੇ ਆ। ਔਰ ਆਮ ਪਬਲਿਕ ਨੂੰ ਮੇਰੀ ਇਹ ਅਪੀਲ ਹੈ ਕਿ ਤੁਸੀਂ ਇਹਨਾਂ ਨੂੰ ਪੁੱਛਿਆ ਕਰੋ, ਜਦੋਂ ਇਹ ਅੱਤਵਾਦ ਦੇ ਮੁੱਦੇ ਤੇ ਲਾਈਵ ਹੁੰਦੇ ਆ ਨਾ, ਥੱਲੇ ਕਮੈਂਟ ਕਰਿਆ ਕਰੋ ਵੀ ਵੀਰ ਕਿੰਨੇ ਗਨਮੈਨ ਚਾਹੀਦੇ ਆ, ਕਿਹੜੇ ਮੁੱਦੇ ਤੇ ਲੜ ਰਿਹਾ ਤੂੰ, ਔਰ ਤੂੰ ਇਕੱਲਾ ਹੀ ਕਿਉਂ ਲੜ ਰਿਹਾ? ਸਾਡਾ ਤਾਂ ਇਹ ਮੁੱਦਾ ਕਿਸੇ ਦਾ ਹੈ ਨਹੀਂਗਾ, ਤੇਰਾ ਇਕੱਲੇ ਦਾ ਕਿਉਂ ਹੈ? ਪਰਪਸ ਗਨਮੈਨ ਲੈਣਾ। ਇੱਕ ਗੱਲ ਹੋਰ ਮੈਂ ਕਹਿਣੀ ਚਾਹੁੰਦਾ ਮੈਡਮ, ਇੱਕ 27-28 ਸਾਲ ਦਾ ਮੁੰਡਾ, 30 ਸਾਲ ਦਾ ਮੁੰਡਾ, ਉਹ ਖੜਾ ਹੁੰਦਾ ਫੇਸਬੁੱਕ ਤੇ ਲਾਈਵ ਵੀਡੀਓ ਪਾਉਂਦਾ, ਔਰ ਥੋੜੇ ਦਿਨ ਪਹਿਲਾਂ ਜੀ ਕਹਿੰਦਾ ਜੀ ਮੈਨੂੰ, ਅਸੀਂ ਜੀ ਕਹਿੰਦਾ 1984 'ਚ ਅੱਤਵਾਦ ਨਹੀਂ ਲੜੇ। ਉਹ ਮੇਰੇ ਵੀਰ, ਜਦੋਂ 1984 ਦਾ ਅੱਤਵਾਦ ਸੀਗਾ ਨਾ, ਤੂੰ ਉਸ ਵੇਲੇ ਲੰਗੋਟ ਪਾਉਂਦਾ ਹੁੰਦਾ ਸੀ, ਤੂੰ ਕਦੋਂ ਲੜ ਪਿਆ? ਐਵੇਂ ਹੀ ਬਸ ਘਰੇ ਬੈਠਾ ਲੜ ਪਿਆ। ਉਹ ਸਿਰਫ ਤੇ ਸਿਰਫ ਗਨਮੈਨ ਲੈਣਾ ਹੀ ਮੁੱਦਾ। ਹੁਣ ਮੈਂ ਕਹਿੰਦਾ ਮੇਰੀ ਗੱਲ, ਤੁਸੀਂ ਮੇਰੇ ਸਾਹਮਣੇ ਬੈਠੋ, ਮੈਨੂੰ ਦਲੀਲ ਨਾਲ ਜਵਾਬ ਦਿਓ। ਤੁਸੀਂ ਮੇਰੇ ਨਾਲ ਡਿਬੇਟ ਕਰਨੀ ਹੈ ਨਾ, ਪਹਿਲੀ ਗੱਲ ਤਾਂ ਇਹ ਕਿ ਸਾਰੇ ਇਕੱਠੇ ਹੋ ਕੇ ਆ ਜਾਓ, ਇਕੱਠੇ ਆਪਾਂ ਬਹਿ ਕੇ ਡਿਬੇਟ ਕਰ ਲਈਏ। ਕੋਈ ਮੇਰਾ ਕਿਸੇ ਨਾਲ ਵੈਰ ਨਹੀਂ, ਤੁਸੀਂ ਮੇਰੇ ਸਾਰੇ ਭਰਾ ਹੋ, ਮੈਂ ਤੁਹਾਡਾ ਹਾਮੀ ਆ। ਤੁਹਾਨੂੰ ਡਰ ਲੱਗਦਾ, ਕੋਈ ਗੱਲ ਨਹੀਂ ਯਾਰ, ਮੈਨੂੰ ਨਾਲ ਲੈ ਜਾਇਆ ਕਰੋ, ਹੋਰ ਸਾਡੇ ਵੀਰ ਭਰਾ ਬੜੇ ਨੇ, ਉਹਨਾਂ ਨੂੰ ਨਾਲ ਲੈ ਜਾਇਆ ਕਰੋ, ਤੁਸੀਂ ਇੰਨੇ ਡਰਪੋਕ ਹੋ ਤਾਂ ਕੋਈ ਚੱਕਰ ਨਹੀਂ, ਪਰ ਮੇਰੇ ਨਾਲ ਬਹਿ ਕੇ ਦਲੀਲ ਨਾਲ ਜਵਾਬ ਦਿਓ। ਤੁਸੀਂ ਜਸਟੀਫਾਈ ਕਰਦੇ ਹੋ ਕਿ ਤੁਹਾਡੇ ਤੇ ਮਹੀਨੇ ਦਾ 5 ਲੱਖ ਰੁਪਏ ਸਰਕਾਰ ਖਰਚੇ, ਤੁਹਾਡੀ ਜਸਟੀਫਿਕੇਸ਼ਨ 5 ਰੁਪਏ ਦੀ ਨਹੀਂ ਨਿਕਲਣੀ, ਤੁਸੀਂ ਘਰੇ ਬੈਠੇ ਲੜੀ ਜਾਂਦੇ ਹੋ। ਸਾਡੀ ਜੀ ਕਹਿੰਦਾ ਸਮਾਜ ਨੂੰ ਬਹੁਤ ਦੇਣ ਹੈ। ਉਹ ਯਾਰ, ਇਹ ਸਮਾਜ ਕਵੇ, ਤੁਹਾਡੇ ਮੂੰਹ ਚੋਂ ਗੱਲਾਂ ਇਹ ਸ਼ੋਭਾ ਰੱਖਦੀਆਂ ਨੇ। ਹੁਣ ਮੈਂ ਕਹੀ ਜਾਵਾਂ ਮੇਰੀ ਦੇਖੋ ਜੀ ਸਮਾਜ ਨੂੰ ਕਿੱਡੀ ਵੱਡੀ ਦੇਣ ਹੈ, ਮੇਰੇ ਘਰ ਦੇ ਬਾਹਰ ਤਾਂ 100 ਗਨਮੈਨ ਖੜਾ ਹੋਣਾ ਚਾਹੀਦਾ। ਉਹ ਯਾਰ ਮੈਂ ਕਿਉਂ ਕਹਾਂ, ਲੋਕ ਕਹਿਣ, ਕਿਤੋਂ ਦਾ ਲਿਖਾ ਕੇ ਲਿਆਓ। ਮੈਂ ਵਾਅਦਾ ਕਰਦਾ ਮੈਡਮ, ਇਹਨਾਂ ਚੋਂ ਕੋਈ ਇੱਕ ਬੰਦਾ ਸਰਪੰਚੀ ਦੀ ਚੋਣ ਨਹੀਂ ਜਿੱਤ ਸਕਦਾ, 5 ਬੰਦੇ ਨਹੀਂ ਉਹਦੇ ਨਾਲ। ਹੁਣ MLA ਦੀ ਇਲੈਕਸ਼ਨਾਂ 'ਚ ਕਦੇ ਵੀ ਇਹਨਾਂ ਚੋਂ ਕੋਈ ਖੜਿਆ ਹੋਵੇ, ਉਹਨੂੰ ਪਤਾ ਲੱਗ ਜੂਗਾ ਕਿ ਉਹਦੇ ਨਾਲ 100 ਬੰਦੇ ਨਹੀਂ, ਤੇ ਉਹ ਗੱਲ ਕਰਦਾ ਜੀ ਮੈਨੂੰ ਪਬਲਿਕ ਨੇ ਕਿਹਾ ਸੀ ਆਹ ਕੰਮ ਕਰਨ ਨੂੰ। ਉਹ ਕਿਹੜੀ ਪਬਲਿਕ ਯਾਰ? ਆਮ ਸਾਡੇ ਜਿਹੜੇ ਨੇਤਾ ਨੇ, ਸਾਡੇ MLAs ਨੇ, ਉਹ ਵਿਚਾਰੇ ਜਦੋਂ ਸਰਕਾਰ ਨਹੀਂ ਹੁੰਦੀ ਇੱਕ ਗਨਮੈਨ ਨਹੀਂ ਹੁੰਦਾ ਯਾਰ ਉਹਨਾਂ ਨਾਲ। ਜੇ ਉਹ 5 ਸਾਲ ਬਾਅਦ ਕਿਤੇ ਆ ਵੀ ਜਾਂਦੇ ਨੇ ਤਾਂ ਉਹਨਾਂ ਨੂੰ 4 ਗਨਮੈਨ ਮਿਲਦੇ ਨੇ, ਕੋਈ ਲਿਮਿਟ ਹੈ। ਦੇਖੋ ਉਹਨਾਂ ਨੂੰ ਲੋਕ ਪਿਆਰ ਕਰਦੇ ਨੇ, ਉਹਨਾਂ ਨੂੰ MLA ਬਣਾਇਆ, ਕੋਈ 2-4 ਲੱਖ ਬੰਦੇ ਨੇ ਵੋਟ ਪਾ ਕੇ ਇੱਕ MLA ਚੁਣਿਆ, ਲੋਕ ਉਹਨਾਂ ਨੂੰ ਪਿਆਰ ਕਰਦੇ ਨੇ, ਲੋਕਾਂ ਨੇ ਉਹਨਾਂ ਨੂੰ ਸਮਾਜ ਸੇਵੀ ਅਪੁਆਇੰਟ ਕੀਤਾ। ਉਹ ਤੁਹਾਨੂੰ ਕਿਹਨੇ ਸਮਾਜ ਸੇਵੀ ਅਪੁਆਇੰਟ ਕਰਤਾ? ਕਿਹੜੇ ਬੰਦੇ ਨੇ ਤੁਹਾਨੂੰ ਚਿੱਠੀ ਲਿਖ ਕੇ ਦੇ ਦਿੱਤੀ? ਸਿਰਫ ਤੇ ਸਿਰਫ ਬਸ ਇੱਕ ਮੈਡਮ ਕੀ ਹੈ, ਹੁਣ ਮੈਨੂੰ ਬੜੀ ਹਾਸਾ ਆਉਂਦਾ ਵੀ ਯਾਰ ਜਿੰਨੇ ਮਗਰ ਤੁਹਾਡੇ ਗਨਮੈਨ ਨੇ ਨਾ, ਇੰਨੇ ਬੰਦੇ ਤੁਹਾਡੇ ਇਕੱਠੇ ਕਰਨ ਦਾ ਤੁਹਾਡਾ ਲੈਵਲ ਹੈ ਨਹੀਂਗਾ। ਜਿਹੜੇ ਹੁਣ ਮੈਂ ਇੱਕ ਆਗੂ ਦੀ ਪਿੱਛੇ ਫੋਟੋ ਦੇਖ ਰਿਹਾ ਸੀ, ਉਹ ਆਪਣੇ ਬਰਥਡੇ ਦੇ ਵਿੱਚ ਆਪ ਕੇਕ ਕੱਟ ਰਿਹਾ, ਨਾਲ ਉਹਦੇ ਇੱਕ ਬੰਦਾ ਹੋਰ ਖੜਾ, ਪਿੱਛੇ 4 ਗਨਮੈਨ ਨਾਲ ਕੇਕ ਕੱਟਦੇ ਪਏ ਨੇ। ਉਹ ਦੱਸੋ ਯਾਰ, ਸਾਡੀ ਪੰਜਾਬ ਪੁਲਿਸ ਤੁਸੀਂ ਕੇਕ ਕੱਟਣ ਨੂੰ ਰੱਖੀ ਹੋਈ ਆ? ਉਹ ਪੰਜਾਬ ਪੁਲਿਸ ਉੱਥੇ ਕੇਕ ਕੱਟ ਰਹੀ ਹੈ, ਇੱਕ ਦੂਜੇ ਨੂੰ ਚੱਕ ਕੇ ਕੇਕ 'ਚ ਮੂੰਹ ਪਾ ਰਹੇ ਨੇ। ਉਹ ਯਾਰ 2 ਬੰਦੇ ਨਹੀਂ ਤੁਹਾਡੇ ਬਰਥਡੇ ਤੇ, ਤੁਸੀਂ ਗਨਮੈਨ ਨਾਲ ਤਾਂ ਬੰਦੇ ਆਪਣੇ ਖੜੇ ਕਰ, ਗਨਮੈਨ ਨਾਲ ਤਾਂ ਤੁਹਾਡਾ ਇਕੱਠ ਦਿਖਾ ਰਹੇ ਹੋ। ਤੁਸੀਂ ਕਿਸ ਲੈਵਲ ਦੇ ਬੰਦੇ ਹੋ? ਤੁਹਾਡੀ ਦੇਣ ਕੀ ਹੈ? ਇਹ ਹੁਣ ਆਮ ਲੋਕ ਨਾ ਮੈਡਮ ਇਹਨਾਂ ਨੂੰ ਪੁੱਛਣ ਲੱਗ ਗਏ, ਜਦੋਂ ਤੋਂ ਇਹ ਸੋਸ਼ਲ ਮੀਡੀਆ ਤੇ ਮੁੱਦਾ ਵਾਇਰਲ ਹੋ ਗਿਆ ਨਾ, ਜਦੋਂ ਇਹ ਲੋਕ ਹੁਣ ਕੁਝ ਬੋਲਦੇ ਆ, ਆਮ ਲੋਕ ਪੁੱਛਦੇ ਆ ਵੀ ਭਾਈ ਦੱਸੋ ਤੁਹਾਡੀ ਦੇਣ ਕੀ ਹੈ, ਦੱਸੋ ਤੁਸੀਂ ਸਾਡੇ ਲਈ ਕੀ ਕਰ ਰਹੇ ਹੋ। ਉਹ ਫਿਰ ਇਹਨਾਂ ਕੋਲੇ ਕੋਈ ਜਵਾਬ ਨਹੀਂ ਹੁੰਦਾ ਤਾਂ ਕਿਸੇ ਦੂਜੇ ਬੰਦੇ ਤੇ ਕੋਈ ਗਲਤ ਐਲੀਗੇਸ਼ਨ, ਫਿਰ ਕਿਸੇ ਨਾ ਕਿਸੇ ਦੇ ਖਿਲਾਫ ਬੋਲ ਲੈਣਾ, ਤੇ ਜਵਾਬ ਕਿਸੇ ਗੱਲ ਦਾ ਹੈ ਨਹੀਂ। ਯਾਰ ਤੁਸੀਂ ਮੇਰੇ ਨਾਲ ਡਿਬੇਟ ਕਰੋ, ਤੁਸੀਂ ਮੇਰੇ ਸਾਹਮਣੇ ਆ ਕੇ ਮੇਰੀਆਂ ਗੱਲਾਂ ਦੇ ਜਵਾਬ ਦਿਓ। ਪਹਿਲੀ ਗੱਲ ਤਾਂ ਵੈਸੇ ਤਾਂ ਮੈਂ ਅਵੋਇਡ ਕਰੂੰਗਾ ਮੈਡਮ ਕਿ ਇਹਨਾਂ ਕੋਲੇ ਜੇ ਗੱਲਾਂ ਕੋਈ ਹੈਗੀਆਂ, ਇਹਨਾਂ ਕੋਲ ਤਾਂ ਕੋਈ ਗੱਲ ਦਾ ਜਵਾਬ ਹੈ ਹੀ ਨਹੀਂ। ਮੇਰਾ ਤਾਂ ਸਿਰਫ ਤੇ ਸਿਰਫ ਮੇਰਾ ਤਾਂ ਪਰਪਸ ਇਹ ਹੈ ਕਿ ਇਹਨਾਂ ਦੇ ਗਨਮੈਨ ਵਿਡਰਾ ਹੋ ਜਾਣ। ਔਰ ਦੇਖੋ ਇੱਕ ਹੋਰ ਬੜੀ ਜ਼ਰੂਰੀ ਗੱਲ ਮੈਂ ਕਰਨੀ ਚਾਹੁੰਦਾ ਇੱਥੇ, ਸੁਧੀਰ ਕੁਮਾਰ ਸੂਰੀ ਹੈ, ਉਹ ਵੀਡੀਓ ਪਾਉਂਦਾ। ਜਦੋਂ ਉਹ ਵੀਡੀਓ ਪਾਉਂਦਾ, ਆਪਾਂ ਆਮ ਲੋਕ ਆ, ਮੈਂ ਕਹਿੰਦਾ ਮੈਂ ਕਿਸੇ ਵੀ ਧਰਮ ਨਾਲ ਸੰਬੰਧਿਤ ਆ, ਮੇਰੇ ਧਰਮ ਬਾਰੇ ਕੋਈ ਵੀ ਗਲਤ ਬੋਲਦਾ ਮੈਨੂੰ ਗੁੱਸਾ ਚੜ੍ਹਦਾ। ਜਦੋਂ ਮੈਂ ਵੀਡੀਓ ਸੁਣਦਾ ਸਪੈਸੀਫਿਕਲੀ ਕੋਈ ਸਾਡੇ ਧਰਮ ਬਾਰੇ ਜਾਂ ਕੋਈ, ਮੈਂ ਕਹਿੰਦਾ ਮੇਰੇ ਕਿਸੇ ਹੋਰ ਧਰਮ ਬਾਰੇ ਵੀ ਕੋਈ ਟਾਰਗੇਟ ਕਰਕੇ ਕੋਈ ਬੋਲਦਾ ਹੈ ਤਾਂ ਦੇਖੋ ਗੁੱਸਾ ਆਉਂਦਾ। ਜਦੋਂ ਗੁੱਸਾ ਆਉਂਦਾ ਫਿਰ ਲੋਕ ਗਾਲਾਂ ਕੱਢਦੇ ਆ, ਜਦੋਂ ਗਾਲਾਂ ਕੱਢਦੇ ਆ
ਡਰੇ ਤਾਂ ਇਹ ਪਹਿਲਾਂ ਹੀ ਹੁੰਦੇ ਆ, ਦਲੇਰ ਤਾਂ ਤੁਹਾਨੂੰ ਪਤਾ ਹੈ ਕਿੰਨੇ ਆਪਾਂ ਦੇਖ ਹੀ ਲਿਆ ਹੋਇਆ। ਫਿਰ ਇਹ ਹੋਰ ਡਰ ਜਾਂਦੇ ਆ, ਫਿਰ ਇਹ ਕੁੰਡੀ ਨਹੀਂ ਖੋਲਦੇ, ਘਰੋਂ ਨਿਕਲਦੇ ਨਹੀਂ। ਔਰ ਫਿਰ ਗਨਮੈਨ ਯਾਰ, ਜੇ ਤੁਸੀਂ ਗਨਮੈਨ ਲੈਣੇ ਹੀ ਸੀਗੇ ਫਿਰ ਤੁਸੀਂ ਬੋਲੇ ਹੀ ਕਿਉਂ? ਤੁਸੀਂ ਘੱਟੋ ਘੱਟ ਸਾਡੇ ਤੇ ਭਾਰ ਨਾ ਪਾਓ। ਦੇਖੋ, ਮੇਰੀ ਹੱਥ ਜੋੜ ਕੇ ਬੇਨਤੀ ਹੈ, ਮੈਂ ਤੁਹਾਨੂੰ ਟਾਰਗੇਟ ਨਹੀਂ ਕਰ ਰਿਹਾ ਕਿਸੇ ਨੂੰ। ਮੇਰਾ ਮੁੱਦਾ ਪੰਜਾਬ ਦਾ ਜਿਹੜਾ ਪੈਸਾ ਸਾਡਾ ਵੇਸਟ ਹੋ ਰਿਹਾ ਉਹ ਹੈ। ਮੇਰਾ ਮੁੱਦਾ ਕਿਸੇ ਇੱਕ ਸੰਸਥਾ ਨਾਲ ਨਹੀਂ ਹੈਗਾ, ਕਿਸੇ ਇੱਕ ਪਾਰਟੀ ਨਾਲ ਨਹੀਂ ਹੈਗਾ। ਜੇ ਤੁਸੀਂ ਸਮਝਣਾ ਹੈ ਉਹ ਤੁਸੀਂ ਸਮਝੀ ਚੱਲੋ, ਮੈਨੂੰ ਉਹਦੇ ਨਾਲ ਵੀ ਕੋਈ ਫਰਕ ਨਹੀਂ। ਪਰ ਮੇਰਾ ਮੁੱਦਾ ਇਹ ਹੈ ਕਿ ਜੇ ਤੁਸੀਂ ਸਾਡੇ ਸੱਚੀ ਹਾਮੀ ਹੋ, ਤੁਹਾਨੂੰ ਲੱਗਦਾ ਹੈ ਕਿ ਯਾਰ ਅਸੀਂ ਸਾਰੇ ਪੰਜਾਬੀ ਭਰਾ ਵਾਂ, ਤੁਸੀਂ ਸੱਚੀ ਦੇਸ਼ ਕੌਮ ਲਈ ਲੜਨਾ ਚਾਹੁੰਦੇ ਹੋ ਨਾ, ਤਾਂ ਸਾਡੇ ਤੇ ਭਾਰ ਨਾ ਪਾਓ। ਇਹ ਵੀ ਇੱਕ ਬੜੀ ਵੱਡੀ ਸੇਵਾ ਹੋਊਗੀ ਤੁਹਾਡੇ ਲਈ। ਜੇ ਇਹ ਸੇਵਾ ਕਰ ਦੋ ਤਾਂ ਮੈਂ ਤੁਹਾਡਾ ਧੰਨਵਾਦ ਕਰੂੰਗਾ ਜੀ। ਸੋ ਇਹਦਾ ਸੋਸ਼ਲ ਮੀਡੀਆ ਦੇ ਉੱਤੇ ਜਿਹੜੀਆਂ ਗੱਲਾਂ ਚੱਲ ਰਹੀਆਂ ਨੇ, VIP ਟ੍ਰੀਟਮੈਂਟ ਦਾ ਕਲਚਰ ਜਿਹੜਾ ਦੁਬਾਰ ਤੋਂ ਮੁੜ ਕੇ ਆ ਰਿਹਾ ਹੈ, ਉਸ ਦੇ ਬਾਰੇ ਵੀ ਅਸੀਂ ਵੀ ਨਿਤ ਦੇਖਦੇ ਹੀ ਰਹਿੰਦੇ ਹਾਂ। ਪਰ ਇੱਥੇ ਗਗਨਪ੍ਰੀਤ ਦਾ ਆਮ ਕਹਿਣਾ ਹੈ ਕਿ ਮੈਂ ਕਿਸੇ ਵੀ ਸੁਸਾਇਟੀ ਨੂੰ ਟਾਰਗੇਟ ਨਹੀਂ ਕਰ ਰਿਹਾ, ਕਿਸੇ ਵੀ ਧਾਰਮਿਕ ਜਿਹੜੀ ਸੰਸਥਾ ਹੈਗੀ ਹੈ ਜਾਂ ਕਿਸੇ ਵੀ ਇਹੋ ਜਿਹੇ ਇਨਸਾਨ ਨੂੰ ਨਹੀਂ ਟਾਰਗੇਟ ਕਰ ਰਿਹਾ, ਬਲਕਿ ਮੈਂ ਗੱਲ ਕਰ ਰਿਹਾ ਹਾਂ ਤਾਂ ਸਿਰਫ ਸਰਕਾਰ ਦੇ ਖਰਚੇ ਦੀ ਗੱਲ ਕਰ ਰਿਹਾ ਹਾਂ। ਕੈਮਰਾਮੈਨ ਗੁਰਦੇਵ ਦੇ ਨਾਲ ਮੈਂ ਹਾਂ ਸ਼ਫਾਲੀ, दैनिक सवेरा TV, लुधियाना। क्या आप है परेशान? क्या आपकी समस्या का हल नहीं हो पा रहा? तो निराश ना हो। 17 बार गोल्ड मेडलिस्ट मियां रफीक मोहम्मद, जिनके पास है आपकी हर समस्या का हल, चाहे वो बिजनेस से रिलेटेड हो या फिर हो करियर से रिलेटेड या फिर हो लव रिलेशनशिप। आपकी समस्या का हल होगा 31 घंटों में। फिर देर किस बात की? स्क्रीन पे दिए गए नंबर्स के ऊपर कॉल करो और अपनी समस्या का हल जल्द से जल्द पाएं। देश दुनिया की हर वड्डी खबर दे लई हुणे डाउनलोड करो नंबर 1 न्यूज़ ऐप दैनिक सवेरा टाइम्स।